ये डॉकूमेंट जो पार्लीमेंट ने पास किया है। अच्छा, पार्लीमेंट ने पास किया है डॉकूमेंट, प्राइम मिनिस्टर ने पेश किया जी कि ये असा मतलब समझौता किया। इट वॉज रेटिफाइड बाय द पार्लीमेंट एंड इट वॉज सपोर्टेड, फर्स्ट सपोर्टेड, पहली स्पीच जी की थी वो अटल बिहारी वाजपेयी ने की थी। अच्छा, ये बड़ा बड़ा अच्छा काम होया है। और ये जदों किया गया सी तो फिर उस तो बाद ਜਿਹੜੀਆਂ ਸਰਕਾਰਾਂ ਸਾਡੀਆਂ ਆਈਆਂ ਜਿਨ੍ਹਾਂ ਦੀਆਂ ਆਪਣੀਆਂ ਮੰਗਾਂ ਨੇ, ਜਿਨ੍ਹਾਂ ਦੀਆਂ ਮੰਗਾਂ ਬਾਰੇ ਕੁਝ ਇੱਥੇ ਹੈ, ਜਿਹੜੀ 26 ਜਨਵਰੀ ਦੇ ਡੈਡਲਾਈਨ ਦੇ ਉੱਤੇ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਸਕੀਆਂ ਸਨ, ਉਹਨਾਂ ਨੂੰ ਅੱਗੇ ਚਲਾਉਣ ਲਈ ਕਿਹਦਾ ਫਰਜ਼ ਸੀ? ਸਰਦਾਰ ਸਾਹਿਬ ਇਹ ਜ਼ਰੂਰ ਦੱਸਦੇ ਜਾਇਓ ਕਿ ਉਹ ਸਰਕਾਰ ਨੇ ਵੀ ਨਹੀਂ ਕਿਹਾ ਬਈ ਸਾਡੀਆਂ ਗੱਲਾਂ ਪੂਰੀਆਂ ਕਰੋ। ਸਰਦਾਰ ਸਾਹਿਬ ਕੀ ਕਹਿਣਾ ਸੀ? ਸਰਦਾਰ ਸਾਹਿਬ ਇਹ ਦੱਸਦੇ ਜਾਇਓ ਜ਼ਰੂਰ ਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਉਹ ਪਾਸ ਹੁੰਦਾ ਬਿੱਲ, ਉਹਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣਾ ਸੀ, ਪੰਜਾਬੀ ਬੋਲਦੇ ਇਲਾਕੇ ਦੇਣੇ ਸੀ, ਆਪਣੀ ਕੋਈ ਜਿਹੜੀ ਅਦਾਲਤ ਸੀ, ਔਰ ਉਹਦੇ ਸਭ ਕੁਝ ਲਿਖਿਆ ਹੈ, ਉਹਦੇ ਸਭ ਕੁਝ ਲਿਖਿਆ ਹੈ ਕਿ ਚੰਡੀਗੜ੍ਹ ਪੰਜਾਬ ਨੂੰ 26 ਜਨਵਰੀ ਦਿੱਤਾ ਜਾਏਗਾ ਜੀ। ਹਾਂਜੀ, ਔਰ ਇਹ ਵੀ ਇੱਕ ਕਿਤਾਬਾਂ ਛਪ ਗਈਆਂ ਨੇ ਇਸ ਗੱਲ ਦੇ ਉੱਤੇ ਕਿ 26 ਜਨਵਰੀ ਨੂੰ ਕਿਉਂ ਨਾ ਦਿੱਤਾ ਗਿਆ ਜੀ। ਕੌਣ ਬੰਦੇ ਸਾਖੀ ਸਨ ਜਿਨ੍ਹਾਂ ਬੰਦਿਆਂ ਦੇ ਵਿੱਚ ਲਾ ਕੇ ਜਿਹੜੇ ਫੈਸਲਾ ਹੋ ਚੁੱਕਾ ਸੀ, ਲੋਕਾਂ ਨੂੰ ਤਨਖਾਹਾਂ ਮਿਲ ਗਈਆਂ ਸਨ ਲਾਸਟ ਮਹੀਨੇ ਦੀਆਂ ਜਿਹੜੀਆਂ 26 ਜਨਵਰੀ ਤੱਕ, 26 ਤਰੀਕ ਤੱਕ 1985 ਤੱਕ ਜਿਹੜੀਆਂ ਤਨਖਾਹਾਂ ਸਨ ਨਾ, ਮਤਲਬ ਜਿਹੜੀਆਂ ਸਨ 26 ਜਨਵਰੀ 86 ਦੀਆਂ, ਉਹ ਮਤਲਬ ਮਿਲ ਗਈ। ਅੱਛਾ, ਲੋਕਾਂ ਨੂੰ ਤਨਖਾਹਾਂ ਵੀ ਦਿੱਤੀਆਂ ਗਈਆਂ ਕਿ ਅੱਗੋਂ ਤੁਸੀਂ ਪੰਜਾਬ ਕੋਲੋਂ ਲੈਣੀਆਂ ਬਈ ਤਨਖਾਹਾਂ ਤੁਹਾਡੀਆਂ ਵੱਖਰੀਆਂ। ਅੱਛਾ, ਕਹਿੰਦਾ ਤੇ ਫਿਰ ਉਸ ਤੋਂ ਬਾਅਦ ਅਸੀਂ ਨਹੀਂ ਲੈ ਸਕੇ। ਓ ਹੋ ਇਸ ਤੋਂ ਵੱਡਾ ਧੱਕਾ ਕੀ ਹੋਊਗਾ? ਕਹਿੰਦੇ ਆ ਰੰਧਾਵਾ ਸਾਹਿਬ ਨੂੰ ਆਗੇ ਵਿੱਚ ਬੋਲਣ ਦੀ। ਹਾਂਜੀ ਤੁਸੀਂ ਗੱਲ ਸਮਝੋ, ਜਿਹੜੀ ਕਪੂਰ ਸਾਹਿਬ ਨੇ ਗੱਲ ਕਹੀ ਹੈ ਕਿ 26 ਜਨਵਰੀ 1985 ਰਾਜੀਵ ਲੋਂਗੋ ਬਾਕਾਰਡ ਵਾਲ ਤੋਂ ਪਹਿਲਾਂ ਜੇ ਆਪਾਂ ਇੱਕ ਹੋਰ ਦੋ ਗੱਲਾਂ ਕਰੀਏ, ਹਜ਼ਾਰਾਂ ਬੰਦੇ ਦਰਬਾਰ ਸਾਹਿਬ ਦੇ ਵਿੱਚ ਮਾਰੇ ਗਏ ਜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸੀ, ਯਾਤਰੂ ਵੀ ਸੀ, ਜਿਹੜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਆਏ ਹੋਏ ਸੀ, ਤੇ ਹੋਰ ਸਿੰਘ ਵੀ ਮਾਰੇ ਗਏ। ਅੱਜ ਤੱਕ ਇਹ ਅਕਾਲੀ ਸਰਕਾਰ 4-5 ਵਾਰੀ ਉਸ ਤੋਂ ਬਾਅਦ ਆਈ ਹੈ ਜੀ, ਦੱਸ ਦੇਣ ਕਿ ਇਹਨਾਂ ਨੇ ਕੋਈ ਲਿਸਟਾਂ ਵੀ ਤਿਆਰ ਕੀਤੀਆਂ ਨੇ ਕਿਹੜੇ ਬੰਦੇ ਮਾਰੇ ਗਏ ਨੇ। ਕੋਈ ਮਾਂ ਦਾ ਪੁੱਤ ਉਹਨਾਂ ਦੇ ਘਰ ਵੀ ਗਿਆ ਕਿ ਵੀ ਤੁਹਾਡੀ ਰੋਟੀ ਕਿਵੇਂ ਚੱਲਦੀ ਹੈ, ਤੁਹਾਡੀ ਕਿਵੇਂ ਚੱਲਦਾ ਜੀ। ਇਹਨਾਂ ਬੰਦਿਆਂ ਨੂੰ ਪੁਲਿਸ ਵਾਲੇ ਨੇ ਅੱਤ ਦੀਆਂ ਵਧੀਕੀਆਂ ਕੀਤੀਆਂ, ਫੌਜ ਨੇ ਕੀਤੀਆਂ, ਉਹਨਾਂ ਦੇ ਪਰਿਵਾਰ ਤਬਾਹ ਕੀਤੇ, ਉਹਨਾਂ ਦੀਆਂ ਬੂਹਾਂ ਬੇਟੀਆਂ ਦੀ ਬੇਇੱਜ਼ਤੀਆਂ ਵੀ ਕੀਤੀਆਂ, ਮੁੰਡੇ ਚੁੱਕ ਕੇ ਮਾਰੇ ਗਏ ਤੇ ਅਣਪਛਾਤੀਆਂ ਲਾਸ਼ਾਂ ਬਣਾ ਕੇ ਸੁੱਟ ਦਿੱਤੇ ਗਏ। ਆਇਆ ਕਿਵੇਂ ਚ ਕਿਸੇ ਨੇ ਉਹਨਾਂ ਦੇ ਟੁੱਟੇ ਭੱਜੇ ਹੰਝੂ ਪੁੰਝਣ ਦੀ ਵੀ ਕੋਸ਼ਿਸ਼ ਕੀਤੀ। ਸਕੱਤਰ ਸਾਹਿਬ ਕਹਿੰਦੇ ਸਾਡੇ ਨਾਲ ਹੈ ਜੀ, ਕੌਣ ਤੁਹਾਨੂੰ ਵੋਟਾਂ ਪਾ ਦੇਵੇ ਤੇ ਤੁਸੀਂ ਕੌਮ ਦਾ ਕੁਝ ਵੀ ਨਾ ਕਰੋ, ਇਹ ਕਿੰਨਾ ਚਿਰ ਹੋ ਸਕਦਾ ਜੀ? ਸਕੱਤਰ ਸਾਹਿਬ ਬਾਦਲ ਸਾਹਿਬ ਨੇ ਇੱਕ ਕਾਲ ਦਿੱਤੀ ਸੀ ਕਿ ਜਿਹੜੇ ਆਪਣੇ ਸਿੱਖ ਧਰਮੀ ਫੌਜੀ ਜਿਨ੍ਹਾਂ ਨੂੰ ਹੁਣ ਅਸੀਂ ਕਹਿੰਦੇ ਆ, ਇਹ ਬੈਰਕਾਂ ਛੱਡ ਕੇ ਆ ਗਏ, ਔਰ ਉਸ ਤੋਂ ਬਾਅਦ ਉਹਨਾਂ ਦਾ ਜੋ ਹਸ਼ਰ ਹੋਇਆ ਤੇ ਅੱਜ ਤੱਕ ਉਹਨਾਂ ਦਾ ਪੁਨਰਵਾਸ ਨਹੀਂ ਹੋਇਆ। ਯਕੀਨ ਕਰਿਆ ਜੇ ਰੰਧਾਵਾ ਸਾਹਿਬ, ਜੇ ਕੁਝ ਟੁੱਟਾ ਬੰਦਾ ਪੰਜਾਬ ਪੁਨਰ ਨਿਵਾਸ ਕੀਤਾ ਤੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਵਿੱਚੋਂ ਕੋਈ 198 ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਜੀ। ਆਫਟਰ ਆਲ ਸ਼੍ਰੋਮਣੀ ਕਮੇਟੀ ਕਿੰਨੇ ਬੰਦਿਆਂ ਨੂੰ ਨੌਕਰੀ ਹੋ ਦੇ ਸਕਦੀ ਸੀ ਜੀ? ਉਹਨਾਂ ਬੰਦਿਆਂ ਨੂੰ ਮੈਨੂੰ ਯਾਦ ਹੈ ਇੱਕ ਵਾਰੀ ਗੱਲ ਜੀ, ਚਲੋ ਖੈਰ ਇਸ ਸਬਜੈਕਟ ਨਾਲ ਨਹੀਂ ਅਟੈਂਡ ਕਰਦੀ, ਉਹਨਾਂ ਲੋਕਾਂ ਨੂੰ ਕੁਝ ਐਸਗ੍ਰੇਸ਼ੀਆ ਵੀ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੇ। ਇੱਕ ਵਾਰੀ 10,000, ਇੱਕ ਵਾਰੀ 50,000 ਰੁਪਏ ਦਿੱਤਾ ਸ਼੍ਰੋਮਣੀ ਕਮੇਟੀ ਨੇ ਇਹ ਦਿੱਤਾ। ਪਰ ਪੰਜਾਬ ਸਰਕਾਰ ਸਿਰਫ ਨਾਰੇ ਮਾਰਨ ਵਾਸਤੇ, ਜਦੋਂ ਅਸੀਂ ਅਕਾਲੀ ਲੀਡਰ ਸੀ ਔਰ ਤੁਸੀਂ ਲੋਕਾਂ ਨੂੰ ਆਵਾਜ਼ ਮਾਰੀ ਕਿ ਬੈਰਕਾਂ ਛੱਡ ਦਿਓ, ਉਸ ਤੋਂ ਬਾਅਦ ਤੁਸੀਂ ਕਿਸ ਨੇ ਕੀ ਸਾਰ ਲਈ ਹੈ ਕਿਸੇ ਦੀ ਜੀ? ਇਹਨਾਂ ਛੱਡੋ ਜੀ, ਜਿਹੜੇ ਹਜ਼ਾਰਾਂ ਸਿੱਖ ਮਾਰੇ ਗਏ, ਅੱਜ ਵੀ ਦੱਸ ਦੇਣ ਅਕਾਲੀ ਦਲ ਜਿਹਦਾ ਹੈੱਡਕੁਆਟਰ ਬੱਧੇ ਮਾਰਗ ਤੇ ਅੱਜ ਵੀ ਦੱਸ ਦੇਣ ਕਿ ਸਾਡੇ ਇੰਨੇ ਬੰਦੇ ਪੰਜਾਬ 'ਚ ਮਰ ਗਏ ਨੇ, ਮੈਂ ਇਹਨਾਂ ਦੇ ਪੈਰ ਧੋ ਧੋ ਕੇ ਪੀ ਲੈਂਦਾ ਜੀ, ਪਰ ਇਹ ਕੁਛ ਨਹੀਂ ਕਿਸੇ ਨੂੰ ਜੀ। ਅੱਜ ਮਾਫ ਕਰਨਾ 16 ਉਹ ਤੇ ਵੀ 36 ਸਾਲ ਹੁੰਦੇ ਪਏ ਨੇ, ਅੱਜ ਤੱਕ ਪਤਾ ਹੈ ਕਿਸੇ ਨੂੰ ਸਾਡੇ ਕਿੰਨੇ ਬੰਦੇ ਮਾਰੇ ਗਏ ਨੇ ਜੀ? ਹਿਊਮਨ ਰਾਈਟ ਕਮਿਸ਼ਨ ਨੇ ਤਾਂ ਕੁਝ ਰਿਪੋਰਟਾਂ ਬਣਾਈਆਂ ਕਿ ਇੰਨੇ ਨੇ ਬੰਦਿਆਂ ਤੇ ਪੁਲਿਸ ਨੇ ਅੱਤ ਦੀਆਂ ਵਧੀਕੀਆਂ ਕੀਤੀਆਂ ਨੇ। ਉਹਨਾਂ ਨੇ ਕੁਝ ਰਿਪੋਰਟਾਂ ਬਣਾਈਆਂ, ਚਾਹੇ ਬੇਂਸ ਕਮਿਸ਼ਨ ਸੀ, ਚਾਹੇ ਦਲਜੀਤ ਸਿੰਘ ਜੇਜੀ ਹੋਰੀ ਸੀ, ਉਹਨਾਂ ਕੁਝ ਰਿਪੋਰਟਾਂ ਤਾਂ ਬਣਾਈਆਂ, ਬਾਕੀ ਕੁਝ ਬਣਾਇਆ। ਜੇ ਰਿਪੋਰਟਾਂ ਵੀ ਬਣੀਆਂ ਤੇ ਕਿੰਨਾ ਕੁਛ ਅਮਲ ਹੋਇਆ ਅਲਟੀਮੇਟਲੀ? ਤੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਤੁਹਾਡੇ ਬੱਚਿਆਂ ਨੂੰ ਪੁੱਠਾ ਧਮ ਕੇ ਮਾਰਿਆ, ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾ ਕੇ ਰੋਡ ਤੱਕ ਗਿਆ, ਆਇਆ ਤੁਸੀਂ ਉਹਨਾਂ ਦੇ ਘਰਾਂ ਦੀ ਸਾਰ ਲਈਏ ਤੇ ਉਹ ਪਰਿਵਾਰ ਵਸਦੇ ਪਏ ਨੇ ਕਿ ਨਹੀਂ ਵਸਦੇ ਪਏ ਜੀ? ਇਹ ਤੁਹਾਡਾ ਕੋਈ ਫਰਜ਼ ਨਹੀਂ ਹੈਗਾ, ਸਿਰਫ ਇਹਨਾਂ ਨੂੰ ਵੋਟਾਂ ਪਾਉਣ ਵਾਸਤੇ ਗੱਲ ਹੈ ਕਿ ਇਹਨਾਂ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਨੇ ਜੀ। ਰੰਧਾਵਾ ਸਾਹਿਬ, ਤੁਸੀਂ ਅੱਗੇ ਵਰਵਲੇ ਸੁਣੋ ਸਿੱਖਾਂ ਦੇ। ਨਵੰਬਰ 84 ਦੇ ਵਿੱਚ ਮੈਂ ਦਿੱਲੀ ਆਪ ਸੀਗਾ ਜੀ, 5000 ਦੇ ਲਾਗੇ ਬੰਦਾ ਮਾਰਿਆ ਗਿਆ, ਸਰਕਾਰੀ ਅੰਕੜੇ ਭਾਵੇਂ 2733 ਕਹਿੰਦੇ ਨੇ।
ਤੁਸੀਂ ਮੈਨੂੰ ਦੱਸ ਦਿਓ ਕਿ ਇਹ 2733 ਜਾਂ 5000 ਬੰਦਿਆਂ ਨੇ ਕੁਝ ਉਹਨਾਂ ਚ ਪੰਜਾਬ ਚ ਆ ਗਏ ਜੀ, ਕੁਝ ਲੁਧਿਆਣੇ ਆ ਗਏ, ਕੁਝ ਮੋਹਾਲੀ ਆ ਗਏ, ਕੁਝ ਅੰਮ੍ਰਿਤਸਰ ਆ ਗਏ, ਕੁਝ ਪਟਿਆਲੇ ਆ ਗਏ। ਇਹ 4-5 ਸਟੇਸ਼ਨਾਂ ਤੇ ਗਏ ਬੰਦੇ। ਸੈਂਟਰਲ ਗਵਰਨਮੈਂਟ ਨੇ ਇੱਕ ਸਕੀਮ ਅਧੀਨ ਉਹਨਾਂ ਨੂੰ ਕੋਈ ਕੰਪਨਸੇਸ਼ਨ ਦੇਣਾ ਸੀ ਜਿਹੜੇ ਬੰਦੇ ਇੱਥੇ ਆਏ ਨੇ, ਤਾਂ ਕਿ ਉਹਨਾਂ ਦਾ ਮੁੜ ਵਸੇਬਾ ਹੋ ਸਕੇ। ਯਕੀਨ ਕਰਿਆ ਜੀ, ਮੈਂ ਤੁਹਾਨੂੰ 2 ਸਾਲ ਪੁਰਾਣੀ ਫਿਗਰ ਦੱਸ ਰਿਹਾ, 3 ਸਾਲ ਪੁਰਾਣੀ, ਆਈ ਦੀ ਮੇਰੇ ਕੋਲ ਨਹੀਂ, 164 ਕਰੋੜ ਰੁਪਇਆ ਪੰਜਾਬ ਸਰਕਾਰ ਨਾ ਦੇ ਸਕੀ ਕਿਉਂਕਿ ਬਾਬੂਆਂ ਨੇ ਕਿਹਾ ਕਿ ਆਹ ਕਾਗਜ਼ ਪੂਰਾ ਨਹੀਂ ਹੁੰਦਾ ਤੇ ਆਹ ਕਾਗਜ਼ ਨਹੀਂ ਪੂਰਾ ਹੁੰਦਾ। ਦੱਸੋ ਉਹ ਸਾਰੇ ਉਹ ਬੰਦੇ ਆਏ ਤਾਂ ਸੀ ਨਾ ਉੱਥੋਂ, ਉਹ ਬੰਦੇ ਬੰਦੇ ਪਏ ਨੇ ਇੱਥੇ, ਰਹਿੰਦੇ ਪਏ ਨੇ ਇੱਥੇ। ਉਹ ਜੇ ਕਾਗਜ਼ਾਂ ਦੀ ਚਾਰ ਕਮੀ ਹੈ ਤੇ ਇੱਕ ਐਡਮਿਨਿਸਟ੍ਰੇਟਿਵ ਆਰਡਰ ਦੇ ਕੇ ਉਹ ਕਾਗਜ਼ਾਂ ਦੀ ਪੂਛ ਨੂੰ ਵੇਵ ਕਰ ਦਿਓ। ਉਹ ਪੈਸੇ ਨਾ ਦਿੱਤੇ ਕਹਿੰਦਾ ਸਭ ਲੁੱਟ ਲਟਾ ਕੇ ਆਏ ਸੀ, ਆਪਣਾ ਸਭ ਗਵਾ ਕੇ ਆਏ ਸੀ, ਤੁਹਾਡੀ ਖਾਤਰ ਆਏ ਸੀ ਕਿਉਂਕਿ ਤੁਹਾਡੇ ਆਪਣੇ ਜੀ ਸੀ। ਤੁਸੀਂ ਅੱਗੇ ਗੱਲ ਚਲੋ, ਤੁਹਾਡੇ ਕੋਲ 3000 ਫਲੈਟ ਨਾ ਬਣ ਸਕੇ 4 ਸ਼ਹਿਰਾਂ ਦੇ ਵਿੱਚ, ਕਿਸੇ ਪੰਚਾਇਤੀ ਜ਼ਮੀਨ ਤੇ ਲੈ ਕੇ 4 ਸੰਤਾਂ ਨੂੰ ਇਕੱਠਿਆ ਕਰ ਲੈਂਦੇ, ਜੇ ਪੈਸੇ ਆਪ ਨਹੀਂ ਸੀ ਪਾਉਣੇ ਉਹਨਾਂ ਵਾਸਤੇ ਮਕਾਨ ਹੀ ਬਣਾ ਦਿੰਦੇ। ਉਹ ਕੌਮ ਦੇ ਬੰਦੇ, ਦੁਖੀ ਬੰਦੇ ਇਹ ਸਮਝਦੇ ਕਿ ਸਿੱਖ ਲੀਡਰਸ਼ਿਪ, ਸਿੱਖ ਕੌਮ ਸਾਡੇ ਨਾਲ ਹੈ। ਅਸੀਂ ਤਾਂ ਸਿਰਫ ਜਦੋਂ ਜੂਨ 84 ਦੀਆਂ, ਨਵੰਬਰ 84 ਦੀ ਗੱਲ ਕਰਕੇ ਅਗਲੀਆਂ ਇਲੈਕਸ਼ਨਾਂ ਵਿੱਚ ਨਾਅਰੇ ਮਾਰ ਸਕਦੇ ਕਾਂਗਰਸ ਦੇ ਖਿਲਾਫ। ਮਾਫ ਕਰਨਾ, ਮੈਨੂੰ ਅਜੇ ਤੱਕ ਯਾਦ ਹੈ ਸਰ ਮਨਮੋਹਨ ਸਿੰਘ ਪਹਿਲਾ ਪ੍ਰਧਾਨ ਮੰਤਰੀ ਸੀ ਜਿਹਨੇ ਪਾਰਲੀਮੈਂਟ 'ਚ ਖਲੋ ਕੇ ਇਸ ਗੱਲ ਦੀ ਮਾਫੀ ਮੰਗੀ ਕਿ ਸਾਡਾ ਸਿਰ ਸ਼ਰਮ ਨਾਲ ਨੀਵਾਂ ਹੈ ਕਿ ਨਵੰਬਰ 84 ਵਿੱਚ ਇੰਨਾ ਸਿੱਖਾਂ ਤੇ ਜ਼ੁਲਮ ਹੋਇਆ ਇੱਥੇ। ਮੈਂ ਸਰਦਾਰ ਸਾਹਿਬ ਤੋਂ ਮੈਂ ਸਕੱਤਰ ਸਾਹਿਬ, ਕਿਉਂਕਿ ਸਾਡੇ ਨਾਲ ਨੇ ਸਰਦਾਰ ਸਾਹਿਬ, ਮੈਂ ਉਹਨਾਂ ਨੂੰ ਜ਼ਰੂਰ ਲੈਣਾ ਚਾਹੂੰਗਾ। ਸਰਦਾਰ ਪ੍ਰਿਥੀਪਾਲ ਸਿੰਘ ਕਪੂਰ ਸਾਹਿਬ, ਮੈਨੂੰ ਇਹ ਦੱਸਿਓ ਕਿਉਂਕਿ ਤੁਸੀਂ ਤੁਹਾਡੇ ਤਾਂ ਟਿਪਸ ਦੇ ਉੱਤੇ ਨੇ ਸਾਰੀਆਂ ਘਟਨਾਵਾਂ, ਮੈਨੂੰ ਜ਼ਰੂਰ ਦੱਸਿਓ ਕਿ ਆਖਰ ਕੀ ਕਾਰਨ ਸੀ ਕਿ ਜਦੋਂ ਪਾਰਲੀਮੈਂਟ 'ਚ ਮਤੇ ਪਾਸ ਹੋ ਗਏ ਔਰ ਉਸ ਤੋਂ ਬਾਅਦ ਅਸੀਂ ਰਾਜ ਭਾਗ ਵੀ ਲੈ ਲਏ ਤੇ ਰਾਜ ਭਾਗ ਕਰਦੇ ਵੀ ਰਹੇ, ਸਾਨੂੰ ਰਾਜ ਭਾਗ 'ਚ ਆ ਕੇ ਚੇਤਾ ਕਿਉਂ ਨਹੀਂ ਆਉਂਦਾ ਕਿ ਅਸੀਂ ਸੈਂਟਰ ਨਾਲ ਨੈਗੋਸੀਏਸ਼ਨਸ ਕਰਨੀਆਂ ਨੇ, ਅਸੀਂ ਫੈਡਰਲ ਗਵਰਨਮੈਂਟ ਨਾਲ, ਕੇਂਦਰ ਨਾਲ ਇਹ ਗੱਲ ਕਰਨੀ ਆ ਕਿ ਦੇਸ਼ ਦੇ ਸਭ ਤੋਂ ਉੱਚੇ ਹਾਊਸ ਦੇ ਵਿੱਚ ਆ ਸਾਡੇ ਲਈ ਪਾਸ ਹੋਇਆ, ਸਾਡਾ ਚੰਡੀਗੜ੍ਹ ਦੇ ਦਿਓ, ਸਾਡੇ ਬਾਕੀ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਜਿਨ੍ਹਾਂ ਦੇ ਉੱਤੇ ਖੂਨ ਵਹਿ ਚੁੱਕਿਆ, ਇੰਨੀ ਅਸੀਂ ਕੀਮਤ ਅਦਾ ਕਰ ਚੁੱਕੇ ਆ। ਆਖਿਰ ਇਹਨਾਂ ਦੀ ਮਾਨਸਿਕਤਾ ਕੀ ਹੈ, ਖਾਸ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਾਨਸਿਕਤਾ ਕੀ ਹੈ ਕਿ ਉਹ ਸਿੱਖਾਂ ਲਈ ਖੜਦੇ ਲੜਦੇ ਕਿਉਂ ਨਹੀਂ? ਉਹ ਮਾਨਸਿਕਤਾ ਦੀ ਇਹ ਗੱਲ ਹੈ ਨਾ ਕਿ ਫਰਕ ਆਪਾਂ ਇੱਕ ਨਿੱਕੀ ਜਿਹੀ ਗੱਲ ਕੀਤੀ ਹੁਣ, ਜਿਸ ਵੇਲੇ 26 ਜਨਵਰੀ ਦੇ ਵੇਲੇ ਫੈਸਲਾ ਹੋਣਾ ਸੀ ਤੇ ਉਸ ਵੇਲੇ ਜਿਹੜਾ ਸੀ ਨਾ, ਇਹ ਹੁਣ ਇੱਕ ਮਤਲਬ ਕਿਸੇ ਅਖਬਾਰ ਕਿਤਾਬ ਨੇ ਲਿਖ ਦਿੱਤਾ, ਹੁਣ ਪਤਾ ਨਹੀਂ ਉਹਨੇ ਠੀਕ ਲਿਖਿਆ ਜਾਂ ਗਲਤ ਵੀ ਲਿਖਿਆ, ਮੈਨੂੰ ਇਸ ਗੱਲ ਦਾ ਜ਼ਾਤੀ ਤੌਰ ਤੇ ਪਤਾ ਨਹੀਂ, ਲੇਕਿਨ ਇੱਕ ਗੱਲ ਹੈ ਕਿ ਉਸ ਵਕਤ ਸਰਦਾਰ ਸੁਰਜੀਤ ਸਿੰਘ ਬਰਨਾਲਾ ਗੱਲਬਾਤ ਐਸ਼ੋਰੈਂਸ ਲੈਣ ਤੋਂ ਬਾਅਦ ਹੀ ਵਾਸ ਦੀ ਚੀਫ ਮਿਨਿਸਟਰ, ਹੀ ਕੇਮ ਜੀ, ਔਰ ਉਹ ਇੱਥੇ ਪਿਪਲੀ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਉਹਦੇ ਕੋਲ ਸੀ ਜਿੱਥੇ ਆ ਕੇ ਪੁਲਿਸ ਨੇ ਉਹਨੂੰ ਫੜਿਆ, ਮਤਲਬ ਜਿਹੜੀ ਇੰਟੈਲੀਜੈਂਸ ਵਾਲੇ ਨੇ ਉਹਨੇ ਕਿਹਾ ਪ੍ਰਧਾਨ ਮੰਤਰੀ ਤੁਹਾਨੂੰ ਬੁਲਾਉਂਦੇ ਹਾਂਜੀ, ਇਹ ਵਾਪਸ ਪ੍ਰਧਾਨ ਮੰਤਰੀ ਦੇ ਕੋਲ ਗਏ ਜੀ ਤੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਕਿ ਤੁਸੀਂ ਭਾਈ ਕਾਇਮ ਰਹੋ ਇਸ ਗੱਲ ਤੇ, ਅੱਛਾ ਖੜੇ ਰਹੋ ਤੇ ਇਹ ਵੀ ਬੇਸ਼ੱਕ ਕਹਿ ਦਿਓ ਕਿ ਮੈਂ ਅਸਤੀਫਾ ਦੇ ਦਿਆਂਗਾ, ਮੈਨੂੰ ਕੋਈ ਇਤਰਾਜ਼ ਨਹੀਂ। ਤੇ ਉਹ ਵੀ ਜਿਹੜੇ ਸੰਨਾ ਮਤਲਬ ਆਪਣੇ ਬਰਨਾਲਾ ਸਾਹਿਬ, ਉਹਨਾਂ ਨੂੰ ਆਪਣੀ ਪਾਰਟੀ ਦਾ ਪਤਾ ਸੀ ਸਾਡੇ ਮਗਰ ਕੋਈ ਨਹੀਂ, ਭਾਵੇਂ ਸਰਕਾਰ ਟੁੱਟ ਜਾਏ ਤੇ ਭਾਵੇਂ ਚੰਡੀਗੜ੍ਹ ਰਹਿ ਜਾਏ ਤੇ ਭਾਵੇਂ ਨਾ ਰਵੇ, ਭਾਵੇਂ ਕੁਝ ਹੋਵੇ, ਤੇ ਮੈਂ ਕੀ ਕਰਾਂ। ਉਹ ਹੀ ਕੁਡ ਨਾਟ ਡਿਸਾਈਡ। ਅੱਛਾ, ਦਿਸ ਇਜ਼ ਦ ਟ੍ਰੈਜੇਡੀ, ਦਿਸ ਇਜ਼ ਵਨ ਟ੍ਰੈਜੇਡੀ, ਹੀ ਕੁਡ ਨਾਟ ਡਿਸਾਈਡ, ਫੈਸਲਾ ਨਹੀਂ ਕਰ ਸਕੇ। ਐਂਡ ਦੀ ਥਿੰਗ ਦੈਟ ਫॉर ਯੂ, ਵਾਈ ਸ਼ੁਡ ਆਈ ਰਿਪੀਟ? ਮੈਂ ਕਿਹਾ ਫੈਸਲਾ ਨਹੀਂ ਆਪਾਂ ਵਕਤ ਸਿਰ ਜਦੋਂ ਕੋਈ ਵੀ ਲੀਡਰ ਜਾਂ ਕੋਈ ਬੰਦੇ, ਇੱਕ ਕਲੈਕਟਿਵ ਲੀਡਰਸ਼ਿਪ ਸੀ ਆਪਣਾ ਜਿਹੜਾ ਅਕਾਲੀ ਦਲ ਸੀ, ਅਕਾਲੀ ਦਲ ਦੇ ਵਿੱਚ ਬਾਅਦ ਵਿੱਚ ਇਹਨਾਂ ਨੇ ਆਪ ਐਲਾਨ ਕੀਤਾ ਹੈ, ਜਿਸ ਵੇਲੇ ਸੰਤ ਲੌਂਗੋਵਾਲ ਮਿਲੇ ਨੇ ਇਹਨਾਂ ਨੂੰ 20 ਅਗਸਤ ਨੂੰ ਮਿਲੇ ਨੇ, ਟੋੜਾ ਸਾਹਿਬ ਨੂੰ ਤੇ ਬਾਦਲ ਸਾਹਿਬ ਨੂੰ ਇਕੱਠੇ ਮਿਲੇ ਨੇ, ਪਟਿਆਲੇ ਮਿਲੇ ਨੇ, ਉੱਥੇ ਉਹਨਾਂ ਨੇ ਡਿਕਲੇਅਰ ਕੀਤਾ ਕਿ ਜੀ ਅਸੀਂ ਤੇ ਬਾਦਲ ਨੂੰ ਬਣਾ ਦਿਆਂਗੇ, ਫਿਕਰ ਨਾ ਕਰੋ, ਔਰ ਤੁਸੀਂ ਸਾਂਝੇ ਹੋਵੋ ਸਾਰੇ, ਇਹਨੇ ਯੂਨਾਈਟਿਡ ਹੋ ਗਏ। ਫਿਰ ਉਸ ਤੋਂ ਬਾਅਦ ਸੰਤ ਲੌਂਗੋਵਾਲ ਦੀ ਡੈਥ ਹੋ ਗਈ ਤੇ ਫਿਰ ਉਸ ਤੋਂ ਬਾਅਦ ਇਹ ਲੋਕ ਜਿਹੜੇ ਨੇ ਵੱਖਰੇ ਹੋਏ ਨੇ, ਜਾਂ ਮਤਲਬ ਇਹ ਕਿ ਚੀਫ ਮਿਨਿਸਟਰ ਬਰਨਾਲਾ ਬਣ ਗਿਆ, ਲੇਕਿਨ ਉਸ ਵਕਤ ਅਕਾਲੀ ਦਲ ਤੇ ਇਕੱਠਾ ਸੀ ਜੀ ਜੀ, ਉਸਲੇ ਕਹਿੰਦੇ ਯੂਨਾਈਟਿਡ ਹੀ ਸਨ ਨਾ, ਐਂਡ ਦੇ ਸ਼ੁਡ ਹੈਵ ਗਿਵਨ ਲਾਇਲਟੀ ਟੂ ਵਨ ਮੈਨ। ਜਿਹੜਾ ਬੰਦਾ ਤੁਹਾਡੇ ਨਾਲ ਸੀਗਾ ਉਹਨਾਂ ਬੰਦਿਆਂ ਨੂੰ ਕਮ ਸੇ ਕਮ ਸਪੋਰਟ ਤੇ ਦਿਓ ਵਕਤ ਸਿਰ। ਔਰ ਤੁਹਾਡੇ ਜਿਹੜੇ ਇੱਕ ਤੇ ਇਸ਼ੂ ਨੇ ਪੰਜਾਬ ਇਸ਼ੂਜ਼ ਨੇ, ਇੱਕ ਇਸ਼ੂਜ਼ ਨੇ ਸਿੱਖ ਇਸ਼ੂਜ਼ ਨੇ, ਇਹਨਾਂ ਇਸ਼ੂਜ਼ ਤੇ ਤੁਸੀਂ ਯੂਨਾਈਟ ਹੋ ਕੇ ਗੱਲ ਕਰੋ। ਤੇ ਕੁਝ ਇਸ਼ੂ ਐਸੇ ਨੇ ਜਿਹੜੇ ਕਿ ਸ਼ਾਇਦ ਕਦੀ ਵੀ ਅਸੀਂ ਜ਼ਾਤੀ ਗੱਲਾਂ ਕਰਕੇ ਸਾਂਝੇ ਨਾ ਕਰ ਸਕੀਏ,
ਇਕੱਠੇ ਨਾ ਕਰ ਸਕੀਏ। ਉਹਨੂੰ ਆਪਣੇ ਹਰ ਇੱਕ ਬੰਦੇ ਦੀ ਐਂਬੀਸ਼ਨ ਹੁੰਦੀ ਹੈ, ਜੀ। ਮਤਲਬ ਜੇ ਫਰਜ਼ ਕਰੋ ਸੁਰਜੀਤ ਸਿੰਘ ਬਣਨਾ ਚਾਹੁੰਦਾ, ਚੀਫ ਮਿਨਿਸਟਰ ਬਣਨਾ ਚਾਹੁੰਦਾ ਹੈ ਤੇ ਠੀਕ ਹੈ, ਉਹਦੀ ਐਂਬੀਸ਼ਨ ਹੈ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣਨਾ ਚਾਹੁੰਦਾ ਤੇ ਉਹਦੀ ਵੀ ਐਂਬੀਸ਼ਨ ਹੈ। ਹੀ ਆਲਸੋ ਵਾਂਟਸ ਇਟ। ਉਹ ਤੇ ਹਿਊਮਨ ਬੀਇੰਗ ਹੈ, ਸਾਰੇ ਹਿਊਮਨ ਬੀਇੰਗ ਹੈ, ਬੜੇ ਕਰ ਸਕਦੇ ਨੇ, ਤੇਰੀ ਗੱਲ ਵੀ ਨਹੀਂ ਕਰਨੀ ਚਾਹੀਦੀ। ਲੇਕਿਨ ਸਵਾਲ ਇਸ ਗੱਲ ਦਾ ਹੈ ਕਿ ਜਿਹੜਾ ਤੁਹਾਡਾ ਜਾਇੰਟ ਇਸ਼ੂ ਹੈ, ਜਿਸ ਇਸ਼ੂ ਤੇ ਤੁਸੀਂ ਕਸਮਾਂ ਖਾਧੀਆਂ ਹੋਈਆਂ ਨੇ, ਉਸ ਇਸ਼ੂ ਦਾ ਕਿੱਥੇ ਚਲਾ ਗਿਆ? ਉਹ ਇਸ਼ੂ ਤਾਂ ਜਿਹੜਾ ਹੈ ਨਾ, ਉਹ ਤੇ ਇਸ਼ੂ ਹੋ ਸਕਦੇ, ਉਹ ਇਸ਼ੂ ਕਿਤੇ ਤੁਸੀਂ ਕਹਿੰਦੇ ਹੋ ਕਿ ਮਤਲਬ ਹੈ ਜੀ ਉਹ ਮੁੱਕਰ ਗਏ ਨੇ। ਇਹ ਗੱਲ ਦੱਸੋ, ਇਹ ਕਿਹੜੀ ਜਿਹੜੀ ਗੱਲ ਮੈਂ ਕਹਿ ਰਿਹਾ ਮੈਂ ਦੇ ਮੁਕਾਬਲੇ ਤੇ ਹੈ? ਬਿਲਕੁਲ ਠੀਕ ਕੋਈ ਹੈ, ਵੀ ਗੱਲ ਕਰ ਸਕਦੇ ਹੋ। ਬਿਲਕੁਲ ਠੀਕ ਹੈ। ਔਰ ਉਸ ਤੋਂ ਬਾਅਦ ਕਿੰਨੀ ਵਾਰੀ ਤੁਸੀਂ ਕੋਈ ਕ੍ਰਾਈਸਿਸ ਪੇਸ਼ ਕੀਤਾ ਹੈ ਐਸੇ ਤਰ੍ਹਾਂ ਦਾ, ਜਿਸ ਕ੍ਰਾਈਸਿਸ ਦੇ ਵਿੱਚ ਗਵਰਨਮੈਂਟ ਨੂੰ ਇਹ ਕਹਿਣਾ ਪਿਆ ਹੋਵੇ ਕਿ ਸਰਕਾਰ ਜਿਹੜੀ ਹੈ ਅਸੀਂ ਮਤਲਬ ਇਹ ਕਿ ਚੰਡੀਗੜ੍ਹ ਜਾਵੇ ਤੁਹਾਨੂੰ, ਤੇ ਫਿਰ ਤੁਸੀਂ ਉਹ ਕ੍ਰਾਈਸਿਸ ਜਿਹੜਾ ਉਹਦੇ ਚੋਂ ਨਾ ਲੈ ਸਕੇ ਹੋ ਜਾਂ ਲੈ ਸਕੇ ਹੋ, ਤਾਂ ਕੀ ਕੀਤਾ? ਕੁਛ ਨਹੀਂ, ਕੁਛ ਨਾ ਕੁਛ ਤੇ ਹੋਣਾ, ਕੋਈ ਨਾ ਕੋਈ ਤਾਂ ਤੁਹਾਡੀ ਗੱਲ ਆਈ ਹੈ ਨਾ। ਤੋ ਇਸ ਕਰਕੇ ਦਿਸ ਇਜ਼ देयर। ਅਸੀਂ ਵੀ ਆਰ ਨਾਟ ਐਟ ਆਲ, ਮੈਂ ਇਹ ਸਮਝਦਾ ਕਿ ਜਿਹੜੀ ਸਾਡੀ ਲੀਡਰਸ਼ਿਪ ਰਹੀ ਹੈ ਉਹ ਨਾ ਹੀ ਤੇ ਸਿੱਖੀ ਨਾਲ ਆਨੈਸਟ ਰਹੀ। ਇਹ ਜਿਹੜੀ ਹੈ ਮਾਡਰਨ ਲੀਡਰਸ਼ਿਪ ਹੈ ਪੋਸਟ ਮਾਸਟਰ ਤਾਰਾ ਸਿੰਘ ਲੀਡਰਸ਼ਿਪ ਜੀ। ਔਰ ਫਿਰ ਉਸ ਤੋਂ ਬਾਅਦ ਮੈਂ ਇਹ ਵੀ ਸਮਝਦਾ ਕਿ ਨਾ ਹੀ ਉਹ ਮਤਲਬ ਇਹ ਕਿ ਅਕਾਲੀ ਦਲ ਨਾਲ ਰਹੀ ਹੈ ਜੀ, ਉਹਦੇ ਨਾਲ ਵੀ ਆਨੈਸਟ ਨਹੀਂ। ਜੇ ਅਕਾਲੀ ਦਲ ਨਾਲ ਆਨੈਸਟ ਹੁੰਦੇ ਤੇ ਅਕਾਲੀ ਦਲ ਵੀ ਬਚਾਅ ਕਰਦੇ, ਅਕਾਲੀ ਦਲ ਵੀ ਤੋੜ ਪੱਬੇ ਖੜ ਦਿੱਤਾ, ਕੋਈ 10-12 ਅਕਾਲੀ ਦਲ ਬਣਾ ਦਿੱਤੇ ਜੀ। ਉਹ ਵੀ ਤਾਂ ਖਤਮ ਹੋ ਗਿਆ ਨਾ। ਜਿਹੜੀ ਉਹਦੀ ਯੂਨਾਈਟਿਡ ਫਿਗਰ ਸੀ, ਜਿਹੜੀ ਉਹਦਾ ਯੂਨਾਈਟਿਡ ਇਮੇਜ ਸੀ, ਜਿਸ ਯੂਨਾਈਟਿਡ ਇਮੇਜ ਦੇ ਕਰਕੇ ਸਾਨੂੰ ਲੋਕੀ ਸਤਿਕਾਰ ਕਰਦੇ ਸਨ, ਓਲਡੈਸਟ ਪਾਰਟੀ ਹੈ, ਉਹ ਕਿੱਥੇ ਗਈ? ਉਹ ਖਤਮ ਹੋ ਗਈ। ਅਸੀਂ ਉਹਦਾ 75 ਦੇ ਤੇ ਬਣਾ ਲਿਆ ਮੋਗੇ, ਪਰ ਗਈ ਕਿੱਥੇ ਪਾਰਟੀ? ਪਾਰਟੀ ਕਿਤੇ ਗੱਲ ਹੈ ਕਪੂਰ ਸਾਹਿਬ, ਗੱਲ ਇਹ ਹੈ ਕਿ ਉਹ ਤਾਂ ਅਸੀਂ ਮਨਾ ਲਿਆ, ਅਸੀਂ ਤਾਂ ਆਪਣੀ ਪੰਜਾਬੀ ਪਾਰਟੀ ਬਣਾ ਦੀ, ਆਪਣੇ ਸਿੱਖ ਏਜੰਡੇ ਨੂੰ ਭੁੱਲ ਗਏ। ਉਹ ਤਾਂ ਉਹ ਵੀ ਗੱਲ ਹੈ, ਉਹ ਵੀ ਗੱਲ ਠੀਕ ਹੈ, ਮੈਂ ਜਵਾਬ ਦਿੰਦਾ ਉਹਦਾ। ਉਹ ਪਾਸ ਕਰ ਦਿੱਤਾ ਪਾਰਲੀਮੈਂਟ ਨੇ, ਔਰ ਉਸ ਤੋਂ ਬਾਅਦ ਇਹਨਾਂ ਨੇ ਪਾਸ ਕੀਤਾ ਜਿਹੜਾ ਤੁਹਾਡਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਚੋਣ ਕਮਿਸ਼ਨ ਨੇ ਉਹਨਾਂ ਨੇ ਕਿਹਾ ਕਿ ਕਨਸਟੀਟਿਊਸ਼ਨ ਪਾਰਟੀ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਸੈਕੂਲਰ ਪਾਰਟੀ ਜਿਹੜੀ ਹੈ ਇਲੈਕਸ਼ਨ ਲੜ ਸਕੇਗੀ, ਦੂਜੀ ਕੋਈ ਪਾਰਟੀ ਨਹੀਂ ਲੜ ਸਕੇਗੀ। ਉਹ ਮਤਲਬ ਇਹ ਕਿ ਇਸ ਕਰਕੇ ਇਹਨਾਂ ਨੇ ਕਿਹਾ ਜੀ ਕਿ ਸਾਨੂੰ ਅਸੀਂ ਮਤਲਬ ਇਹ ਵੀ ਪਾਰਟੀ ਜਿਹੜੇ ਸਾਨੂੰ ਅਸੀਂ ਸੈਕੂਲਰ ਪਾਰਟੀ ਬਣਨੀ ਚਾਹੀਦੀ ਹੈ। ਉਹ ਉੱਥੇ ਵੀ ਆਨੈਸਟੀ ਨਹੀਂ ਹੈ। ਉੱਥੇ ਤੁਸੀਂ ਜਿਹੜਾ ਪਹਿਲਾ ਸਫਲ ਸੀ ਆਪਣੇ ਅਕਾਲੀ ਦਲ ਦਾ ਕਨਸਟੀਟਿਊਸ਼ਨ ਦਾ, ਜਿਹਦੇ ਵਿੱਚ ਸਾਡੇ ਏਮਸ ਐਂਡ ਆਬਜੈਕਟਸ ਲਿਖੇ ਹੋਏ ਨੇ, ਜਿਹਨਾਂ ਨੂੰ ਫਰੇਮ ਕੀਤਾ ਗਿਆ ਸੀ, ਉਹ ਜਿਹੜੇ ਸਨ ਉਹਨਾਂ ਏਮਸ ਐਂਡ ਆਬਜੈਕਟਸ ਵਾਲਾ ਵਰਕਾ ਪਾੜ ਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਭੇਜ ਦਿੱਤਾ। ਇੱਕ ਕਨਸਟੀਟਿਊਸ਼ਨ ਉਹ ਹੈ ਜਿਹੜੀ ਸਿੱਖਾਂ ਦੀ ਪਾਰਟੀ ਹੈ, ਇੱਕ ਕਨਸਟੀਟਿਊਸ਼ਨ ਉਹ ਹੈ ਜਿਹੜੀ ਇਹ ਸੈਕੂਲਰ ਪਾਰਟੀ ਹੈ, ਜਿਹੜੀ ਹਿੰਦੁਸਤਾਨ ਦਾ ਜਿਹਦਾ ਕੋਰਟ ਵਿੱਚ ਕੇਸ ਚੱਲ ਰਿਹਾ ਇਸ ਵੇਲੇ। ਹਾਂ, ਇਹਦਾ ਕੋਰਟ ਵਿੱਚ ਕੀਤਾ ਕਿਸੇ ਨੇ ਬਲਵੰਤ ਸਿੰਘ ਖੇੜਾ ਜਿਹੜੇ ਸੋਸ਼ਲਿਸਟ ਪਾਰਟੀ ਦੇ ਨੇ, ਉਹਨਾਂ ਨੇ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਕੀ ਨਹੀਂ ਕੀਤਾ। ਲੇਕਿਨ ਦੀ ਥਿੰਗ ਇਜ਼ ਲਾਈਕ ਦਿਸ ਕਿ ਇੱਕ ਤਾਂ, ਔਰ ਦੂਸਰਾ ਇਹ ਵੀ ਹੈ ਕਿ ਜਿਹੜੇ ਟੰਕੀਆਂ ਕੱਢਣ ਵਾਲੇ ਬੰਦੇ ਨੇ ਨਾ, ਜਿਹਨਾਂ ਨੇ ਬਾਰੀਕ ਗੱਲਾਂ ਕਰਨੀਆਂ ਨੇ, ਉਹਨਾਂ ਬੰਦਿਆਂ ਨੂੰ ਅਸੀਂ ਨਾਰਮਲੀ ਅਕਾਲੀ ਦਲ ਚੋਂ ਕੱਢ ਦਿੱਤਾ, ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਇੱਕ ਟਾਈਮ ਤੋਂ ਬਾਅਦ ਵੀ ਹੈਵ ਏਲੀਨੇਟਿਡ ਦੀ ਇੰਟੈਲੀਜੈਂਸੀਆ ਨੇ ਅਕਾਲੀ ਦਲ ਕਾਇਮ ਕੀਤਾ ਜੀ। ਅਸਲੀ ਪ੍ਰੋਫੈਸਰ 3-4 ਸਨ ਜਿਨ੍ਹਾਂ ਨੇ ਆ ਕੇ ਕਿਹਾ ਜੀ ਕਿ ਗੁਰਦੁਆਰਿਆਂ 'ਚ ਬੜਾ ਬੁਰਾ ਹਾਲ ਹੈ, ਗੁਰਦੁਆਰਾ ਸੁਧਾਰ ਲਹਿਰ ਹੋਣਾ ਚਾਹੀਦਾ। ਉਹਨਾਂ ਨੇ ਸ਼੍ਰੋਮਣੀ ਕਮੇਟੀ ਬਣਾਈ, ਉਹਨਾਂ 3-4 ਪ੍ਰੋਫੈਸਰਾਂ ਨੇ, ਉਹ ਲਾਇਕ ਸਨ, ਉਹ ਇੰਟੈਲੈਕਚੁਅਲ ਸਨ। ਉਹਨਾਂ ਲੋਕਾਂ ਨੇ ਸਾਰੀ ਲੀਡਰਸ਼ਿਪ ਜਿਹੜੀ ਹੈ ਸਿੰਘ ਸਭਾ ਨੂੰ ਦਿੱਤੀ ਸੀ। ਉਹ ਬੰਦੇ ਹੀ ਸਾਰੀ ਐਡੀ ਵੱਡੀ ਪਾਰਟੀ ਤੁਹਾਡੀ ਬਣਾ ਗਏ। ਔਰ ਹੁਣ ਅਸਾਂ ਕੀ ਕੀਤਾ ਕਿ ਸੰਤ ਫਤਿਹ ਸਿੰਘ ਦੇ ਆਉਣ ਤੋਂ ਬਾਅਦ ਅਸੀਂ ਹੌਲੀ ਹੌਲੀ ਜਿਹੜੇ ਬੰਦੇ ਵੀ ਲਾਇਕ ਆਦਮੀ ਸਨ ਉਹਨਾਂ ਨੂੰ ਹੌਲੀ ਅਕਾਲੀ ਦਲ ਚੋਂ ਬਾਹਰ ਕਰ, ਜਿਹੜੇ ਕੋਈ ਸਿੱਖ ਸਨ, ਤਕੜੇ ਸਿੱਖ ਜਿਹੜੇ ਇੰਟੈਲੈਕਚੁਅਲ ਸਨ, ਉਹਨਾਂ ਸਾਰਿਆਂ ਨੂੰ ਬਾਹਰ ਕਰਤਾ ਹੌਲੀ। ਜਾਂ ਕਾਂਗਰਸ ਵਾਲੇ ਉਹਨਾਂ ਨੂੰ ਅਡਲੋਡ ਕਰਕੇ ਉਹਨਾਂ ਦੇ ਸਿੱਖ ਫੇਸ ਕਰਕੇ ਲੈ ਗਏ, ਜਾਂ ਇਹਨਾਂ ਲੋਕਾਂ ਨੇ ਬਾਹਰ ਕੱਢਤਾ ਤੇ ਗੱਲ ਮੁੱਕੀ। ਫਿਰ ਸਿੱਖੀ ਨਾਲ ਕਮਿਟਡ ਕੌਣ ਰਹਿ ਗਏ? ਲੇਕਿਨ ਅਜੇ ਵੀ ਜਦੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਅਸੀਂ ਹੀ ਇਹਦੇ ਤਰਜਮਾਨ ਆ, ਅਸੀਂ ਪ੍ਰਤੀਨਿਧ ਜਮਾਤ ਹੈ, ਲੇਕਿਨ ਸਰਦਾਰ ਸਾਹਿਬ ਹੁਣ ਤੁਹਾਨੂੰ ਲੱਗਦਾ ਹੈ ਕਿ ਨੇੜੇ ਭਵਿੱਖ 'ਚ ਪੰਜਾਬੀਆਂ ਦੀ ਜ਼ਮੀਰ ਜਾਂ ਅਣਖ ਜਾਗੂ, ਜਿਹੜੇ ਸਾਡੇ ਇਸ ਖਿੱਤੇ ਦੀਆਂ ਲੋੜਾਂ ਤੇ ਸਿੱਖੀ ਦੀਆਂ ਲੋੜਾਂ, ਇਹਦੇ ਵੱਲ ਕੋਈ ਅੱਗਿਓਂ ਆਊਗਾ ਮੌਲਿਕ ਰੂਪ ਦੇ ਵਿੱਚ ਲੀਡਰਸ਼ਿਪ ਨਾਲ? ਇਹ ਸਾਰੀਆਂ ਕਿਸੇ ਐਡਰੈਸ ਹੋਣਗੀਆਂ ਮੰਚ ਤੋਂ, ਜਾਂ ਤੁਹਾਨੂੰ ਆਪਣਾ ਜਿਹੜਾ ਤੁਹਾਡਾ ਇੱਕ ਹੀ ਅਪੀਲ ਹੈ ਕਿ ਵੀ ਹੈਵ ਟੂ ਮੇਕ ਆਵਰ ਪੀਪਲ ਅਗੇਨ ਅੰਡਰਸਟੈਂਡ। ਜਦੋਂ ਅਕਾਲੀ ਲਹਿਰ ਸ਼ੁਰੂ ਹੋਈ ਸੀ
ਜਦੋਂ ਅਕਾਲੀ ਦਲ ਬਣਿਆ ਸੀ ਲੋਕਾਂ ਦੀ ਕਮਿਟਮੈਂਟ ਸੀ ਕਿ ਅਸੀਂ ਸਿੱਖ ਹਾਂ ਔਰ ਅਸੀਂ ਸਿੱਖੀ ਬਚਾਣੀ, ਉਹਦੇ ਵਾਸਤੇ ਉਹ ਲੋਕ ਅੰਦੋਲਨ ਹੋਏ ਸਨ ਔਰ ਉਹਨਾਂ ਨੂੰ ਸਿੱਖ ਹੋਣ ਵਿੱਚ ਗੌਰਵ ਸੀ। ਅੱਜ ਦੇ ਚ ਪੋਜੀਸ਼ਨ ਇਹ ਵੇ ਕਿ ਅਸੀਂ ਸਿੱਖ ਪਿੱਛੋਂ ਆ ਤੇ ਅਸੀਂ ਸਾਡਾ ਨਾਮ ਤੁਸੀਂ ਪਾਲ ਸਿੰਘ ਪਹਿਲਾਂ ਹੈਗੇ ਆ ਤੇ ਸਿੱਖ ਪਿੱਛੋਂ ਆ। ਇਹੀ ਸਾਡੀ ਪੋਜੀਸ਼ਨ ਜਿਹੜੀ ਹੈ ਸਾਰੀ ਆਸ ਵੇਲੇ ਵਿੱਚ। ਪ੍ਰਕਾਸ਼ ਸਿੰਘ ਪਹਿਲਾਂ ਚਾਹੀਦਾ ਹੈ, ਅਕਾਲੀ ਦਲ ਨਹੀਂ ਚਾਹੀਦਾ। ਤੁਹਾਨੂੰ ਇੰਡੀਵਿਜੂਅਲ ਦੀ ਲੋੜ ਹੈ, ਤੁਹਾਨੂੰ ਇੰਡੀਵਿਜੂਅਲ ਦੀ ਲੋੜ ਹੈ, ਤੁਹਾਨੂੰ ਅਕਾਲੀ ਦਲ ਦੀ ਲੋੜ, ਤੁਹਾਨੂੰ ਸਿੱਖ ਦੀ ਲੋੜ ਹੈ। ਸਿੱਖ ਪਹਿਲਾਂ ਜਿਹੜੀ ਹੈ ਸਿੱਖ ਦੀ ਕਮਿਟਮੈਂਟ ਕਾਇਮ ਕਰੋ। ਸਿੱਖ ਦੇ ਵਾਸਤੇ ਅਸੀਂ ਵੀ ਸ਼ੁੱਡ ਫੀਲ ਪ੍ਰਾਊਡ ਆਫ ਬੀਇੰਗ ਅ ਸਿੱਖ। ਕਿਵੇਂ ਹੋਵੇਗੀ? ਅਸੀਂ ਨਹੀਂ ਕਰ ਸਕਦੇ। ਕਿਵੇਂ ਹੋਵੇਗੀ? ਕੀ ਤਰੀਕਾ ਹੈ? ਹੈ ਕਿਵੇਂ ਹੋ ਸਕਦੀ ਹੈ? ਤਰੀਕਾ ਕੀ ਹੋ ਸਕਦਾ? ਤੁਹਾਡਾ ਅਨੁਭਵ ਕੀ ਕਹਿੰਦਾ? ਤਰੀਕਾ ਤੇ ਹੁਣ ਇਹ ਵੀ ਜਿਹੜੀ ਹੈ ਨਾ, ਇਹ ਵੀ ਇੱਕ ਵਕਾਲਪੁਰ ਦੀ ਕਰ ਸਕਦਾ, ਹੋਰ ਕੀ ਕਰ ਸਕਦਾ। ਅੱਜ ਦੇ ਹਰ ਜਿਹੜਾ ਬੰਦਾ ਉਹ ਕਹਿੰਦਾ ਮੈਂ ਹੈਗਾ ਸਭ ਤੋਂ ਪਹਿਲਾਂ। ਰੰਧਾਵਾ ਸਾਹਿਬ ਮੈਂ ਤਾਂ ਬੇਨਤੀ ਕਰਾਂ ਇੱਥੇ ਜੀ। ਹਾਂਜੀ ਜ਼ਰੂਰ ਕਿਉਂ ਨਹੀਂ ਸ਼ਾਮਲ ਹੋ। ਹਾਂਜੀ ਗੱਲ ਹੈਗੀ ਕਿ ਆਪਾਂ ਇੱਕ ਵਾਰੀ ਧਿਆਨ ਨਾਲ ਸੋਚੀਏ ਕਿ ਪਿਛਲੇ 10 ਸਾਲ ਲਾ ਗਏ ਸਰਕਾਰ ਦੇ, ਉਸ ਤੋਂ ਪਹਿਲਾਂ ਪਿਛਲੇ 5 ਸਾਲ ਭਾਵੇਂ ਲਾ ਸਕਦੇ ਆਪਾਂ। ਇਹਨਾਂ ਦਾ ਸਾਰਾ ਆਲਾ ਦੁਆਲਾ, ਜਿਹੜੀ ਕਪੂਰ ਸਾਹਿਬ ਨੇ ਗੱਲ ਕਹੀ ਕਿ ਸਿੱਖ ਪਹਿਲਾਂ, ਇਹਨਾਂ ਦਾ ਆਲਾ ਦੁਆਲਾ ਸਾਰਾ ਪਤਿਤਾਂ ਨਾਲ ਭਰਿਆ ਹੋਇਆ ਜੀ। ਇਹਨਾਂ ਦੀ ਪਾਰਟੀ ਦਾ ਸਪੋਕਸਮੈਨ ਪਤਿਤ। ਦੇਖੋ ਜਾਂ ਬੰਦਾ ਪੂਰਾ ਪੱਕਾ ਕਟਰ ਹਿੰਦੂ ਹੋਵੇ ਜਾਂ ਪੂਰਾ ਸਿੱਖ ਹੋਵੇ, ਮੈਂ ਕੋਈ ਗੱਲ ਬਿਲੀਵ ਕਰਦਾ ਨਹੀਂ। ਇਹਨਾਂ ਦਾ ਆਲਾ ਦੁਆਲਾ ਪਤਿਤ, ਇਹਨਾਂ ਦਾ ਪ੍ਰਿੰਸੀਪਲ ਸੈਕਟਰੀ ਪਤਿਤ, ਇਹਨਾਂ ਦੇ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਪਤਿਤ, ਇਹਨਾਂ ਦੇ ਪੋਲੀਟੀਕਲ ਸੈਕਟਰੀ ਪਤਿਤ, ਜਿਹੜੀ ਚਲੋ ਸਾਰਿਆਂ ਦੀ ਲਿਸਟ ਲਾਈ ਚਲੋ ਇਹਨਾਂ ਦੀਆਂ ਜੀ। ਤੇ ਜਦੋਂ ਇਹ ਪੁਲਿਸ ਦੀ ਛਤਰੀ ਨਾਲ ਤੁਰਦੇ ਨੇ, ਚਾਹੇ ਚੀਫ ਮਿਨਿਸਟਰ ਹੈ ਜਾਂ ਡਿਪਟੀ ਚੀਫ ਮਿਨਿਸਟਰ ਹੈ, ਤੇ ਇਹਨਾਂ ਨਾਲ ਜੇ 50 ਬੰਦੇ ਦੇ 50 ਚੋਂ 48 ਪਤਿਤ ਹੁੰਦੇ ਨੇ ਜੀ। ਤੇ ਇਹਨਾਂ ਦੀ ਸੋਚ ਕਿੱਥੋਂ ਆਉਣੀ ਮੈਨੂੰ ਸਮਝ ਨਹੀਂ ਆਉਂਦੀ। ਚੇਨ ਸਮੋਕਰ ਤੁਹਾਡੇ ਸਪੋਕਸਮੈਨ ਨੇ ਪਾਰਟੀ ਦੇ ਜੀ। ਅੱਜ ਦੀ ਗੱਲ ਹੈ ਲਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਮੈਂਬਰ ਪਤਿਤ, ਇਮੇਜਿਨ ਕਰ ਸਕਦੇ ਹੋ ਤੁਸੀਂ। ਗੱਲ ਇਹ ਜਿਹੜੀ ਕਪੂਰ ਸਾਹਿਬ ਕਹਿੰਦੇ ਗੁਰੂ ਮਹਾਰਾਜ ਕੋਈ ਕਿਰਪਾ ਕਰੇ, ਇਹ ਕੌਮ ਨੂੰ ਸੋਚਣਾ ਪੈਣਾ ਕਿ ਆਇਆ ਅਸੀਂ ਇੱਕ ਇਹਨਾਂ ਬੰਦੇ ਦੇ ਮਗਰ ਲੱਗਣਾ ਜਾਂ ਸਿੱਖੀ ਵੀ ਬਚਾਉਣੀ ਤੇ ਸਿੱਖੀ ਵੀ ਸੰਭਾਲਣੀ ਹੈ। ਬੜੀ ਮੋਟੀ ਜਿਹੀ ਗੱਲ ਹੈ। ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਦਿੱਤਾ ਹੋਵੇ, ਕਦੀ ਆਪਣਾ ਦਿਲ ਦਾ ਏਜੰਡਾ ਵੀ ਲੁਕਾ ਲਈਦਾ ਹੁੰਦਾ, ਕੋਲ ਰੱਖੀ ਤਾਂ ਆਪਣੇ ਵੇਲੇ। ਸਿਆਣੀਆਂ ਪਾਰਟੀਆਂ ਜਿਸ ਕਰਕੇ ਤੁਸੀਂ ਖੜੇ ਹੋਏ ਹੋ ਤੇ ਜੇ ਮਾਫ ਕਰਾਂ, ਜੇ ਤੁਸੀਂ ਸਿੱਖੀ ਏਜੰਡਾ ਹੀ ਆਪਣਾ ਭੁੱਲ ਜਾਣਾ ਹੈ, ਸਿੱਖ ਦੇ ਮਫਾਦ ਨੂੰ ਭੁੱਲ ਜਾਣਾ ਹੈ, ਤਾਂ ਮੈਨੂੰ ਸਮਝਾਓ ਕਿ ਸਿੱਖ ਇਹਨਾਂ ਨੂੰ ਵੋਟ ਕਿਉਂ ਪਾਉਣ? ਤੇ ਸਿੱਖ ਨੂੰ ਕਾਂਗਰਸ ਕੀ ਫਰਕ ਹੈ ਤੇ ਬਾਕੀ ਜੀ ਕੀ ਫਰਕ ਹੈ? ਕੀ ਫਰਕ ਹੈ ਮੈਂ ਸਮਝਾਓ ਇਹਨਾਂ ਚ। ਇਹ ਵੈਸੇ ਇੱਕ ਗੱਲ ਮੈਂ ਸੌਰੀ ਸਰ ਰਤਨ ਸਿੰਘ ਨਹੀਂ ਤੁਸੀਂ ਬੋਲੋ ਗੱਲ ਕਰ ਰਿਹਾ। ਇਹ ਮੈਂ ਸੋਚਿਆ ਵੀ ਸ਼ਾਇਦ ਮੈਨੂੰ ਉਹ ਗੱਲ ਜਿਹੜੀ ਰਹਿ ਜਾ। ਦੇਖੋ ਨਾ, ਜਿਸ ਵੇਲੇ ਜਨਤਾ ਦਲ ਬਣੀ ਸੀ, ਜਨਤਾ ਪਾਰਟੀ ਬਣੀ ਸੀ, ਉਸ ਵਕਤ ਅਸੀਂ ਇਹਨਾਂ ਨੂੰ ਜਿਹੜੇ ਜਨ ਸੰਘ ਵਾਲੇ ਸਾਨੂੰ ਇਹ ਅਮਲਕੇਮੇਟ ਕੀਤਾ ਸੀ। ਉਸ ਵੇਲੇ ਜਨ ਸੰਘ ਵਾਲੇ ਵਿੱਚ ਆਏ ਸਨ ਨਾ, ਅਕਾਲੀ ਦਲ ਵਿੱਚੋਂ ਦੇ ਸ਼ਾਮਲ ਨਹੀਂ ਸੀ ਹੋਇਆ। ਉਸ ਵੇਲੇ ਇੱਕ ਸਿਚੁਏਸ਼ਨ ਸੀ ਕਿ ਅਸੀਂ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਸੀ ਹੋਏ, ਇਹ ਲੋਕ ਸ਼ਾਮਲ ਹੋਏ ਸਨ। ਇਹਨਾਂ ਲੋਕਾਂ ਨੇ ਅਖੀਰ ਤੇ ਜਾ ਕੇ ਕਹਿ ਦਿੱਤਾ ਜੀ ਕਿ ਨਹੀਂ, ਸਾਡੀ ਤੁਸੀਂ ਕਹਿੰਦੇ ਹੋ ਡੂਅਲ ਮੈਂਬਰਸ਼ਿਪ ਨਹੀਂ ਹੋ ਸਕਦੀ। ਹੁਣ RSS ਦੇ ਇਸ਼ੂ ਦੇ ਉੱਤੇ ਔਰ ਉਸ ਵੇਲੇ ਇਹਨੇ ਕੀ ਨਾਂ ਇਹਦਾ ਰਾਜਨਾਥ ਨੇ ਕਿਹਾ ਜੀ ਕਿ ਡਬਲ ਮੈਂਬਰਸ਼ਿਪ ਰੱਖਦੇ ਨੇ। ਉਹ ਕਹਿੰਦਾ ਨਹੀਂ, ਡਬਲ ਮੈਂਬਰਸ਼ਿਪ ਨਹੀਂ ਹੋ ਸਕਦੀ। ਉਹਦੇ ਤੇ ਇਹ ਟੁੱਟ ਗਈ। ਸਵਾਲ ਇਹ ਸੀ ਕਿ ਅਸਾਂ ਕਿਸੇ ਸਟੇਜ ਤੇ ਕੋਈ ਇਹ ਤੇ ਕਹਿਤਾ ਜੀ ਕਿ ਅਸੀਂ ਤੁਹਾਡੇ ਮੈਂਬਰ ਨਹੀਂ ਬਣਦੇ, ਲੇਕਿਨ ਅਸੀਂ ਕਿਧਰੇ ਸਟੈਂਡ ਨਹੀਂ ਨਾ ਲਿਆ ਹੋ ਸਕਦੇ ਵੀ। ਅੱਜ ਵੀ ਅਸੀਂ ਕੋਈ ਸਟੈਂਡ ਨਹੀਂ ਲੈਂਦੇ ਨਾ। ਸਟੈਂਡ ਜੇਕਰ ਅਸੀਂ ਮਨਾਰਟੀ ਕਮਿਸ਼ਨ ਵਾਲੇ ਤੋੜੇ ਨੇ, ਜੇ ਫਰਜ਼ ਕਰੋ ਉਸ ਵੇਲੇ ਤੋੜੇ ਸਨ, ਹੁਣ ਫਿਰ ਬਣਾਏ ਨੇ। ਇਹ ਸਟੈਟੂਟਰੀ ਨਹੀਂ, ਜਿਹੜੇ ਹੁਣ ਮਨਾਰਟੀ ਕਮਿਸ਼ਨ ਹੈ ਉਹ ਸਟੈਟੂਟਰੀ ਨਹੀਂ ਹੈ, ਉਹ ਪਹਿਲੇ ਸਨ ਸਟੈਟੂਟਰੀ ਜਿਹੜਾ ਸੀ। ਜਿਸ ਵੇਲੇ ਉਹਨਾਂ ਕਿਹਾ ਕਿ ਮਨਾਰਟੀ ਦੀ ਕੋਈ ਆਇਡੈਂਟੀਟੀ ਦੀ ਲੋੜ ਨਹੀਂ ਕਾਨਸਟੀਟਿਊਸ਼ਨ ਵਿੱਚ, ਜਿਸ ਵੇਲੇ ਉਹ ਗੱਲ ਹੋਈ ਅਸੀਂ ਕਿਧਰੇ ਸਟੈਂਡ ਲਿਆ ਨਾ, ਅਸੀਂ ਕਿਧਰੇ ਸਟੈਂਡ ਲਿਆ? ਇਹ ਜਿਹੜੀ ਗੱਲ ਹੈ ਦੱਸੋ ਸਹੀ ਨਾ, ਕਿਧਰੇ ਵੀ ਸਟੈਂਡ ਅਸਾਂ ਲਿਆ ਹੋਵੇ ਆਖਰ ਨਹੀਂ ਸਰਦਾਰ ਸਾਹਿਬ, ਅਸੀਂ ਕੋਈ ਸਟੈਂਡ ਨਹੀਂ। ਇੱਕ ਸਵਾਲ ਬਣਦਾ ਸਰਦਾਰ ਸਾਹਿਬ ਕਿ ਅਸੀਂ ਦੂਰ ਅੰਦੇਸ਼ ਨਹੀਂ ਸੀ ਇਸ ਕਰਕੇ ਸਟੈਂਡ ਨਹੀਂ ਲਿਆ, ਜਾਂ ਅਸੀਂ ਨੀਤੀਗਤ ਤੌਰ ਤੇ ਨੀਅਤ ਤੌਰ ਤੇ ਖਚਰੇ ਖੋਟੇ ਸੀ ਤਾਂ ਸਟੈਂਡ ਨਹੀਂ ਲਿਆ, ਜਾਂ ਅਸੀਂ ਉਹ ਲੌਬੀ ਜਿਹੜੀ ਲੌਬੀ ਕਰਨਾ ਚਾਹੁੰਦੀ ਸੀ ਅਸੀਂ ਉਹਨਾਂ ਦੇ ਹੱਕ 'ਚ ਭੁਗਤਣ ਲਈ, ਉਹਨਾਂ ਨੂੰ ਇਹ ਦਿਖਾਉਣ ਲਈ ਕਿ ਅਸੀਂ ਆਪਣੀ ਕੌਮ ਨਾਲੋਂ ਤੁਹਾਡੇ ਵੱਧ ਵਫਾਦਾਰ ਹਾਂ, ਇਸ ਕਰਕੇ ਨਹੀਂ ਲਿਆ। ਇਹੀ ਗੱਲ ਸਿੱਖੋ ਰੰਧਾਵਾ ਸਾਹਿਬ, ਕੋਈ ਗੱਲ ਸਿੱਖੋ। ਭਾਰਤੀ ਜਨਤਾ ਪਾਰਟੀ RSS ਨਾਲ ਉਸੇ ਤਰ੍ਹਾਂ ਖੜੀ ਹੈ। ਉਹਨਾਂ ਦਾ ਹਿੰਦੂ ਪੰਥ ਦਾ ਝੰਡਾ ਜਿਹੜਾ ਵੀ ਉਹ ਉਸੇ ਤਰ੍ਹਾਂ ਦਾ ਖੜਾ।
ਤੇ ਉਹ ਫਿਰ ਵੀ ਸੈਕੂਲਰ ਹੋ ਕੇ ਤੇ ਫਿਰ ਵੀ ਇੱਥੇ ਮੈਜੋਰਟੀ ਹੋ ਕੇ ਰਾਜ ਕਰ ਰਹੇ ਨੇ। ਤੁਸੀਂ ਇੱਥੇ ਰਾਜ ਕਰਨ ਵਾਸਤੇ ਸਪੋਰਟ ਭਾਵੇਂ ਭਾਰਤੀ ਜਨਤਾ ਪਾਰਟੀ ਕੋਲ ਲਓ, ਭਾਵੇਂ ਕਿਹਦੇ ਕੋਲ ਲਓ, ਕਾਂਗਰਸ ਕੋਲ ਲਓ, ਜਿਹਦੇ ਕੋਲ ਮਰਜ਼ੀ ਲਓ, ਪਹਿਲੇ ਲਓ। ਸਵਾਲ ਤੇ ਇਸ ਗੱਲ ਦਾ ਕਿ ਤੁਹਾਡਾ ਪਹਿਲਾ ਏਜੰਡਾ, ਮੈਂ ਜਿਹੜੀ ਗੱਲ ਕਰਨਾ, ਕਮਿਟਮੈਂਟ ਸਿੱਖ ਦੀ ਹੋਣੀ ਚਾਹੀਦੀ। ਜੇ ਤੁਹਾਡੀ ਉਹ ਨਹੀਂ ਹੈ ਤੇ ਤੁਸੀਂ ਕਦੀ ਵੀ ਬਚ ਨਹੀਂ ਸਕਦੇ। ਲੇਕਿਨ ਹੁਣ ਜੇ ਭਾਜੀ ਹੋਵੇ ਇਸ ਗੱਲ ਦੇ ਕਿ ਤੁਸੀਂ ਗੁਰੂ ਨਾਨਕ ਦਾ ਪੰਥ ਲਿਕੁਇਡੇਟ ਕੀਤਾ ਜੀ, ਇਹ ਤੁਹਾਨੂੰ ਮੈਂ ਦੱਸ ਦਿਆਂ। ਅੱਛਾ ਸਰਦਾਰ ਸਾਹਿਬ, you will be guilty of letting down ਗੁਰੂ ਨਾਨਕ। ਬਿਲਕੁਲ 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 ਅਸਲੀ ਗੱਲ ਜਿਹੜੀ ਹੋਵੇ ਕਿ you will be guilty of that। ਜਦੋਂ ਤੁਸੀਂ ਇਹ ਗੱਲ ਜਿਹੜੀ ਕਹਿੰਦੇ ਹੋ ਤੇ ਉਸੇ ਕੀ ਪੋਜੀਸ਼ਨ ਹੈ ਤੁਹਾਡੀ? ਠੀਕ ਗੱਲ ਤੁਹਾਡੀ। ਅਸਲੀ ਗੱਲ ਜਿਹੜੀ ਉਸ ਨੂੰ ਇੱਕ ਕਿ ਜੇ ਅਸੀਂ ਸਿੱਖੀ ਬਚਾਉਣ ਵਾਸਤੇ ਅਸੀਂ ਸਵੇਅਰ ਕੀਤਾ, ਕਾਨਸਟੀਟਿਊਸ਼ਨਾਂ ਪਾੜੀਆਂ ਤੇ ਫਿਰ ਅਸੀਂ ਉਸ ਤੋਂ ਅੱਗੇ ਜਾ ਕੇ ਅਸੀਂ ਸਰਕਾਰ ਬਣਾਉਣ ਦੀ ਖਾਤਰ ਜਾਂ ਸਰਕਾਰ ਬਚਾਉਣ ਦੀ ਖਾਤਰ ਜਾਂ ਇੱਕ ਦਾ ਬੰਦਾ ਆਪਣਾ ਵਜ਼ਾਰਤ ਲੈਣ ਦੀ ਖਾਤਰ ਅਸੀਂ ਮਤਲਬ ਉੱਥੇ ਬੈਠੇ ਰਹੀਏ। ਹੋ ਤਾਂ ਇਹੀ ਰਿਹਾ ਹੋ ਤਾਂ ਇਹੀ ਕੁਝ ਹੀ ਰਿਹਾ ਹੈ। ਬਿਲਕੁਲ ਇਹੀ ਕੁਝ ਹੋ ਰਿਹਾ ਜੀ, ਬਿਲਕੁਲ। ਨਾਲੇ ਕਪੂਰ ਸਾਹਿਬ, ਮੈਂ ਤਾਂ ਇੱਕ ਹੋਰ ਗੱਲ ਕਹਿੰਦਾ, ਪੰਜਾਬ ਦੇ ਮਫਾਦ ਲਈ, ਚਲੋ ਸਿੱਖਾਂ ਦੇ ਮਫਾਦ ਇੱਕ ਮਿੰਟ ਗੱਲ ਰੱਖੇ ਪਾਸੇ, ਕਦੀ ਇਹਨਾਂ ਨੇ 10 ਬੰਦੇ ਜਾਂ ਸਿੱਖ ਮੈਂਬਰ ਪਾਰਲੀਮੈਂਟ ਜਾਂ ਪੰਜਾਬ ਦੇ ਮੈਂਬਰ ਪਾਰਲੀਮੈਂਟ ਜਾਂ ਦੂਜੀਆਂ ਥਾਵਾਂ ਦੇ ਜਿਹੜੇ ਸਿੱਖ ਪੰਜਾਬੀ ਮੈਂਬਰ ਪਾਰਲੀਮੈਂਟ ਨਾਲ ਲੈ ਕੇ ਕਿਸੇ ਵਫਦ ਨੂੰ ਲੈ ਕੇ ਸਰਕਾਰ ਨੂੰ ਮਿਲੇ ਨੇ ਕਿ ਸਾਡੀਆਂ ਪੰਜਾਬ ਤੇ ਸਿੱਖਾਂ ਦੀਆਂ ਇਹ ਡਿਮਾਂਡਾਂ ਨੇ? ਕਦੀ ਵੀ ਨਹੀਂ। ਮੈਂ ਸਮਝਦਾ ਇਸ ਵੱਲੋਂ ਸਰ ਤਿਰਲੋਚਨ ਸਿੰਘ ਨੂੰ ਦਾਦ ਦਿਓ, ਜਿਸ ਬੰਦੇ ਨੇ ਸਿੰਗਲ ਹੈਂਡਡ ਹੀ ਆਪਣਾ ਰਸੂਖ ਵਰਤ ਕੇ ਪਿੱਛੇ ਲੱਗ ਕੇ ਕਈ ਇਹੋ ਜਿਹੇ ਕੰਮ ਕੀਤੇ, ਜਿਵੇਂ ਗੈਂਸਰ ਰਜਨ ਸਿੰਘ ਨੂੰ ਫੀਲਡ ਮਾਰਸ਼ਲ ਬਣਾਇਆ ਗਿਆ, ਚੀਫ ਆਫ ਦੀ ਆਰਮੀ ਸਟਾਫ ਨੂੰ ਬਣਾਇਆ ਗਿਆ, ਕਮਿਸ਼ਨ ਦੇ ਮੈਂਬਰ ਬਣਵਾਏ ਗਏ। ਆਖਿਰਕਾਰ ਕਿਉਂਕਿ ਅਸਲ ਫਿਰ ਉਹੀ ਗੱਲ ਉੱਥੇ ਆਉਂਦੀ ਹੈ ਰੰਧਾਵਾ ਜੀ, ਸਿੱਖੀ ਸੋਚ ਹਿਰਦੇ 'ਚ ਨਹੀਂ ਹੈਗੀ ਇਹਨਾਂ ਦੇ। ਜੇ ਸਿੱਖੀ ਸੋਚ ਹਿਰਦੇ ਹੋਵੇ ਤਾਂ ਫਿਰ ਬੰਦਾ ਕੋਈ ਤਰੀਕੇ ਵੀ ਲੱਭਦਾ ਹੈ ਬੰਦਾ, ਤੇ ਮਾਨੇ ਤੇ ਇਹ ਸਿੱਖੀ ਸੋਚ ਹੀ ਨਹੀਂ ਤਾਂ ਫਿਰ ਤਰੀਕੇ ਕਿੱਥੋਂ ਲੱਭਣੇ? ਅੱਛਾ, ਮੈਂ ਇੱਕ ਆਖਰੀ ਸਵਾਲ ਜਿਹੜਾ ਮੈਨੂੰ ਲੱਗਦਾ ਕਿ ਦੋਨਾਂ ਵਿਦਵਾਨਾਂ ਨਾਲ ਸਾਂਝਾ ਕਰਨਾ ਹੈ, ਲੈਣਾ ਵੀ ਆ। ਸਰਦਾਰ ਸਾਹਿਬ ਦੇਖੋ, ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਜੀ ਵਿਦਵਾਨਾਂ ਦੇ ਉੱਤੇ ਉਹ ਇਤਬਾਰ ਨਹੀਂ ਕਰਦੇ। ਅਸਲੀ ਇਹ ਗੱਲ ਹੈ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਮਰਜ ਹੋਈ ਹੈ ਨਾ, ਉਹ ਉਹਨਾਂ ਤੇ ਇਤਬਾਰ ਨਹੀਂ ਕਰਦੇ। ਨਹੀਂ, ਉਹ ਇਤਬਾਰ ਤਾਂ ਆਪਣੇ ਘਰ ਦੇ ਜੀਆਂ ਤੇ ਵੀ ਨਹੀਂ ਕਰ ਰਹੇ। ਢੀਂਡਸਾ ਬਾਹਰ ਚਲੇ ਗਏ, ਬ੍ਰਹਮਪੁਰਾ ਬਾਹਰ ਚਲੇ ਗਏ, ਸੇਖਵਾਂ ਬਾਹਰ ਚਲੇ ਗਏ, ਰਤਨ ਸਿੰਘ ਬਾਹਰ ਅਜਨਾਲਾ ਚਲੇ ਗਏ, ਔਰ ਹੋਰ ਇੰਨੀ ਲੀਡਰਸ਼ਿਪ ਬਾਹਰ ਚਲੇ ਗਈ ਹੈ। ਸਵਾਲ ਇਹ ਹੈ ਕਿ ਜਿਹੜੇ ਨਾਲ ਆ, ਮੈਂ ਵੱਡੇ ਨਾਂ ਗਣਾ ਵੀ ਦਿਆਂ ਜਿਹੜੇ ਉਂਗਲਾਂ ਤੇ ਆ, ਮੈਨੂੰ ਪਤਾ ਹੈ ਕਿ ਉਹਨਾਂ ਦੇ ਅੰਦਰ ਬੇਚੈਨੀ ਆ। ਚੰਗਾ ਨਹੀਂ ਲੱਗਦਾ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਲਈਏ, ਸਕੇ ਨੇ ਨਾ ਉਹਨਾਂ ਦੇ ਜਿਹੜੇ ਨਾਲ ਰਹਿ ਗਏ, ਲੇਕਿਨ ਨਹੀਂ, ਉਹ ਵੀ ਸਕੇ ਨਹੀਂ। ਸਰਦਾਰ ਸਾਹਿਬ, ਮੈਂ ਬਿਲਕੁਲ ਕਲੀਅਰ ਕਰ ਦਿਆਂ ਕਿ ਬਹੁਤ ਸਾਰੀ ਲੀਡਰਸ਼ਿਪ ਬੇਚੈਨ ਆ, ਔਰ ਮੈਂ ਜਦੋਂ ਉਹਨਾਂ ਲੋਕਾਂ ਨਾਲ ਸੰਪਰਕ 'ਚ ਹੁੰਦਾ ਹੈ, ਮੈਨੂੰ ਪਤਾ ਉਹਨਾਂ ਦੇ ਅੰਦਰ ਉਹਨਾਂ ਦੀ ਵੇਦਨਾ ਇਹ ਹੈ। ਉਹ ਕਹਿੰਦੇ ਯਾਰ ਅਸੀਂ ਆਪ ਸਲੋਲੀ ਮਰ ਰਹੇ ਹਾਂ, ਅਸੀਂ ਇਹਨਾਂ ਦੀਆਂ ਨੀਤੀਆਂ, ਇਹਨਾਂ ਦੇ ਫੈਸਲਿਆਂ ਨਾਲ ਮਰ ਰਹੇ ਹਾਂ। ਕਿੰਨਾ ਕੁ ਔਖਾ ਸੀ। ਹੁਣ ਤੁਹਾਡੇ ਕੋਲ ਸੱਤਾ ਵੀ ਨਹੀਂ, ਤੁਸੀਂ ਸੱਤਾ ਵੀ ਸਟੇਟ ਦੇ ਨਾਲ ਖਲੋ ਕੇ ਲੈਣੀ ਆ, ਦਿਖਾਉਣਾ, ਅੱਗੇ ਵਿਖਾਵੇ ਵੀ ਕਰਨੇ ਆ, ਲੇਕਿਨ ਇਹਨਾਂ ਦਿਨਾਂ ਦੇ ਵਿੱਚ ਵੀ ਤੁਸੀਂ ਕੋਈ ਮਸਲਾ ਐਡਰੈਸ ਨਹੀਂ ਕਰਨਾ। ਇੱਕ ਬੰਨੇ ਤੁਸੀਂ ਸਟੇਟ ਗਵਰਨਮੈਂਟ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਦੂਜੇ ਬੰਨੇ ਤੁਸੀਂ ਕੇਂਦਰ ਦੀ ਗਵਰਨਮੈਂਟ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਸੋ ਪੰਜਾਬ ਦੇ ਮਸਲਿਆਂ ਦਾ ਕੋਈ ਵਾਲੀ ਵਾਰਸ ਨਹੀਂ। ਫਿਰ ਤੁਹਾਡੇ ਵਰਗੇ ਬੁੱਧੀਜੀਵੀ ਜਿਹੜੇ ਆ, ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਅੱਗੇ ਆਉਣ। ਬੁੱਧੀਜੀਵੀ ਇਸ ਵੇਲੇ ਕੋਈ ਨਵਾਂ ਮੰਚ ਖੜਾ ਕਰਨ ਜਿਹਦੇ ਉੱਤੋਂ ਪੰਜਾਬ ਦੇ ਲੋਕਾਂ ਨੂੰ ਐਡਰੈਸ ਹੋਣ, ਤਾਂ ਕਿ ਜਿਹੜੀਆਂ ਅੱਗੇ ਪਿੱਛੇ ਵੀ 2-4 ਵਾਰੀ ਮੂਵਮੈਂਟ ਚੱਲੀਆਂ, ਲੋਕਾਂ ਨੇ ਤਖਤ ਬਦਲੇ ਆ, ਤਾਜ ਬਦਲੇ ਆ। ਸੋ ਤੁਸੀਂ ਕਿਉਂ ਨਹੀਂ ਕੋਈ ਪ੍ਰੋਗਰਾਮ ਦਿੰਦੇ? ਮੈਂ ਸਰਦਾਰ ਦੇਖੋ ਜੀ, ਰਵਾਜ਼ਾ ਬੜੀ ਫਿਊਚਰ ਡਾਰਕ ਜਿਹਾ ਲੱਗਦਾ। ਸੱਚੀ ਗੱਲ ਪੁੱਛੋ ਤਾਂ ਫ੍ਰੈਂਕਲੀ ਗੱਲ ਕਰ ਰਹੇ ਹਾਂ। ਜਿਹੜੇ ਬੰਦੇ ਜਿਨ੍ਹਾਂ ਨੇ ਅਕਾਲੀ ਦਲ ਨੂੰ ਫਾਈਟ ਫਾਰ ਦੀ ਸਿੱਖ ਕਾਜ਼ ਕਰਦਿਆਂ ਵੇਖੇ, ਉਹ ਤੇ ਮੇਰੇ ਵਰਗੇ ਭੁਗਤ ਚੱਲੇ ਨੇ ਬਹੁਤੇ। ਉਹਨਾਂ ਲੋਕਾਂ ਨੇ ਕਮਿਟਮੈਂਟ ਜਿਨ੍ਹਾਂ ਨੇ ਵੇਖੀ ਉਹ ਭੁਗਤ ਗਏ, ਜਿਨ੍ਹਾਂ ਨੇ ਵੇਖਿਆ ਵੀ ਕਿਸ ਹਿਸਾਬ ਨਾਲ ਪਾਰਟੀਸ਼ਨ ਦੇ ਵਿੱਚ ਲੋਕੀ ਜਿਹੜੇ ਨੇ ਉਹ ਕਿਸ ਤਰ੍ਹਾਂ ਉਹਨਾਂ ਨੇ ਆਏ ਨੇ, ਔਰ ਕਿਵੇਂ ਹਿਸਾਬ ਕਿਤਾਬ ਉਹਨਾਂ ਵੇਖਿਆ ਕਿ ਪਾਰਟੀਸ਼ਨ ਦਾ ਇੱਕ ਇੰਚ, ਫਰਜ਼ ਕਰੋ ਇਹ ਫੈਸਲਾ ਹੋ ਗਿਆ ਕਿ ਪਹਿਲਾ ਜਿਹੜਾ ਦਿੱਤਾ ਗਿਆ ਪਾਰਟੀਸ਼ਨ ਦੇ ਵੇਲੇ, ਮਤਲਬ ਫੈਸਲਾ ਦਿੱਤਾ ਗਿਆ ਕਿ ਬਾਉਂਡਰੀ ਲਾਈਨ ਕਿੱਥੇ ਬਣਨੀ ਚਾਹੀਦੀ ਹੈ, ਉਹਦੇ ਵਿੱਚ ਇਹ ਫੈਸਲਾ ਦਿੱਤਾ ਗਿਆ ਕਿ ਫਿਰੋਜ਼ਪੁਰ ਜ਼ਿਲ੍ਹਾ ਜਿਹੜਾ ਸੀ ਉਹਦੇ ਜ਼ੀਰਾ ਤਹਿਸੀਲ ਵੀ ਕੀ ਨਾ ਫਿਰੋਜ਼ਪੁਰ ਤਹਿਸੀਲ ਵੀ, ਇਹ ਸਾਰੀਆਂ ਤਹਿਸੀਲਾਂ ਜਿਹੜੀਆਂ ਸਾਰੇ ਦਿੱਤੀਆਂ ਗਈਆਂ ਪਾਕਿਸਤਾਨ ਜੀ। ਕੋਈ ਸਰਦਾਰ ਗਵਰਨਰ ਦੇ ਉੱਥੇ ਮਤਲਬ ਦਫ਼ਤਰ ਸੀ ਜੀ, ਉੱਥੇ ਉਹਨੇ ਵੇਖਿਆ ਉਹ ਨਕਸ਼ਾ ਵੇਖਿਆ ਤੇ ਹੀ ਗੇਵ ਇਟ ਟੂ ਸਮ ਅਕਾਲੀ ਲੀਡਰ, ਮੈਂ ਉਹ ਨਾਂ ਨਹੀਂ ਲੈਂਦਾ, ਉਹਨੂੰ ਦਿੱਤਾ। ਉਹ ਭੱਜਣ ਲੱਗ ਪਏ ਜੀ,
उन्होंने ऐसी तबाही की, इन्ना जबरदस्त अंग्रेजों तक जाके लड़ाई की कि एक एक इंच थां लिए लड़े कि अज गुरदासपुर का सारा जिला भी हिंदुस्तान च देयर कुड हैव बीन नो लिंक टू कश्मीर जो हुण फाइट कर रहे हो पे कितने सी हो कितने रहना सी लिंक जे सिख ना फाइट करके कश्मीर जो गुरदासपुर जिला ना लैके आते ये ना जे आंदा ते इसे तरह जे तुसी फिरोजपुर वाला पासा वेख लो जे उस पासे ना हुंदा ते किहड़ा होना सी तुहाडा। ਤੇ ਇਹ ਜਿਹੜੀ ਗੱਲ ਹੈ अगर इस गल ਨੂੰ ਵੇਖਿਆ ਜਾਏ इस लिहाज ਨਾਲ ਵੇਖਿਆ ਜਾਏ ਕਿ ਉਹ ਜਿਹੜੇ ਸਿੱਖ ਸਨ ਉਹ ਇੰਡੀਵਿਜੂਅਲੀ ਲੜ ਰਹੇ ਸਨ ਨਾ ਉਸ ਵੇਲੇ ਤੇ ਉਹਨਾਂ ਦੇ ਨਾਲ ਕੋਈ ਨਾ ਕੋਈ ਕਾਂਗਰਸ ਸੀ ਉਹਨਾਂ ਨਾਲ ਕੋਈ ਸੁਣਨ ਨੂੰ ਪਿਆਰ ਨਹੀਂ ਸੀ ਤੇ ਜਿਸ ਦਿਨ ਇਹਨਾਂ ਦਾ ਕੱਖ ਨਾ ਬਣਨ ਲੱਗਾ ਤੇ ਕਹਿੰਦੇ ਨੇ ਉਹ 27 ਮਈ ਨੂੰ 1947 ਨੂੰ ਨਹਿਰੂ ਭੱਜ ਕੇ ਮਸੂਰੀ ਤੋਂ ਆ ਕੇ ਮਾਸਟਰ ਕਾਸਿਮ ਦੇ ਘਰ ਆਇਆ और उत्थे उन्हें बंदे इकट्ठे किए मास्टर सिंह कहना मैं अकाली दल के बंदे मेरे को नहीं मैं नहीं आप कला बस गल कर सकता सदांगा सारे बंदे तुहाडे साहब की गल करावांगा उत्थे जो इन्हां प्रॉमिस कीते कित्थे गए मेरे बाप दे हिस्टोरियंस नूं पुछो जिन्होंने किताबां लिखियां ने वो लिखियां ने लिखिया है कि वी वर बिट्रेड लेकिन वो अज तो काम करदे अज भी लेकिन उस वेले फिर उस तो बाद लड़ाई उन्होंने इन्नी जड़ ली फिर समझौता नहीं किया ਤੇ ਜੇ ਅੱਜ ਵੀ ਅਸੀਂ ਉਹ ਕਮਿਟਮੈਂਟ ਨਹੀਂ ਸਾਡੇ ਕੋਲ ਹੈ ਤਾਂ ਫਿਰ ਕਦੋਂ ਹੋਣੀ ਹੈ ਮੈਨੂੰ ਸਮਝ ਨਹੀਂ ਆਉਂਦੀ। ਸਰਦਾਰ ਹਰਚਰਨ ਸਿੰਘ ਜੀ ਸਿਰਫ ਇੱਕ ਲਾਈਨ 'ਚ ਮੈਂ ਜਵਾਬ ਲੈਣਾ ਇਹਨਾਂ ਤੋਂ ਸਰਦਾਰ ਸਾਹਿਬ ਤੋਂ ਕਿ ਇਸ ਹਨੇਰੇ ਦੇ ਵਿੱਚੋਂ ਰੌਸ਼ਨੀ ਦੀ ਕਿਹੜੀ ਕੋਈ ਅਸੀਂ ਛੋਟੀ ਜਿਹੀ ਚਿਣਗ ਲਹਿਰ ਦੇਖੀਏ ਤੁਹਾਨੂੰ ਲੱਗਦਾ ਇਸ ਹਨੇਰੇ 'ਚੋਂ ਰੌਸ਼ਨੀ ਕਿਵੇਂ ਪੈਦਾ ਹੋ ਸਕਦੀ ਆ क्योंकि हर अक्सर कहा जाता है कि ये पैदा होनी है यंग मैन जिहड़ा है वो कैरियर ओरिएंटेड हो गया और वो बिल्कुल जिन्होंने कहते हैं कि इन्होंने बेमुख कर दिता है अपनी कौम वालों 90% ये तुहानूं मैं दस दूं जी सारी की सारी जी सिचुएशन ये होवे कि वो सब कहते हैं जिन्हें मुंडे नवे इन्होंने भर्ती किए हैं वो सारे कहते हैं सानू की दिंदे हो की चीज़ दिंदे हो किहड़ी चीज़ दिंदे किहड़ी चीज़ दिंदे उन्होंने कोई ट्रेनिंग नहीं कि असीं सिक्खी की खातर कुर्बानी भी करनी है कोई पोर्शन कोई टाइम असीं वो भी कम करना है बिल्कुल कोई काम कोई नवी लहर इस किस्म कोई नवी लहर क्योंकि इस किस्म की सोच नहीं क्योंकि देयर इज सम टाइम व्हिच यू हैव टू गिव फॉर द सोशल काज व्हिच यू हैव टू गिव फॉर योर रिलीजियस काज जो तुसीं अपनी कॉन्शियस नूं देना है वो कोई काम करना ही नहीं जो फर्ज करो वो वास्ते ना किसी को ट्रेनिंग देनी है ना कोई सोच देनी है ना कोई गल करनी है तो फिर की करोगे और सिक्खी के प्रचार लिए सारी कोई गल नहीं उक्का कोई नहीं है साहब 200 प्रचारक रखे है उन्होंने जे कोई 15 बंदे शुद्ध पाठ कर दें तो मैनू फड़ लिया कोई बंदा बहाओ श्रोमणी कमेटी जो बंदे भर्ती हुए ने बंदा क्यों रखा ये फलाने का बंदा है फलाने का बंदा है फलाने का बंदा फलाने की हिस्सेदारी है फलाने की हिस्सेदारी है रख लो all people employed in the SGPC are only relation जी on recommendation श्रोमणी कमेटी क्यों खराब हो रही है श्रोमणी कमेटी का एडा खूबसूरत मतलब ये ऑर्गेनाइजेशन है अब क्यों हरचरण सिंह जी आप देखिए है सारा कुछ हर एक चीज देखी है इन्होंने क्यों लिखी भी है हाँ वेखी नहीं लिखी भी है मेरा मतलब सारे चंद सिंह मतलब यही है क्लोजली वाच जी एक लिखना होता है एक लिख के छड़ देना होता है लिखा तो समझ लिख भी दिता है डॉक्यूमेंट बन गया लेकिन सवाल तो इस गल का है भाई आखिरकार जो गल्लां सारियां सामने ने ना ਸਕੱਤਰ ਸਾਹਿਬ कोई वाइंड अप नोट मैं दो गल्लां जरूर करनी जी वाइंड अप करने तो पहला भी जी जी एक तो कपूर साहब ਨਾਲ ਮੈਂ ਥੋੜਾ ਸਹਿਮਤ ਨਹੀਂ ਹੈਗਾ ਕਿ ਕਹਿੰਦੇ ਕਿ ਮੈਨੂੰ ਬੜਾ ਫਿਊਚਰ ਬੜਾ ਡਾਰਕ ਤੇ ਬਲੀਕ ਨਜ਼ਰ ਆਉਂਦਾ ਹੈ देखो मैं बड़ा आशावादी है मैंने गुरु से बड़ा भरोसा है जी देखो इस गल विच अज का अकाली दल ने श्रोमणी अकाली दल बादल ने ये बड़िया संस्थावां बिल्कुल अपने पैर हठा कर लिया ने जेब च पा लिया ने श्रोमणी गुरुद्वारा प्रबंधक कमेटी ते अकाल तख्त साहब वर्गी एडी सुप्रीम संस्था भी मैं तो एक छोटी जी गल सुनाऊंगा जी अच्छा देखो ये गल मैनू भाई रणजीत सिंह होरां ने आप ही अपनी गल कल दसी सी अच्छा सिंह साहब भाई रणजीत सिंह होरां ने उन्होंने दसिया कि मैं तो कभी अकाली लीडरों के घर कभी गया नहीं मैं क्यों जावां काहदे वास्ते कहन लगे कि मिस्टर डोगरा होंदे सी मेरे चंगे मित्र सी क्योंकि वो किसी वेले सीबीआई च हुंदे सी जदों मैं एक केस भुगत रहा सीगा रणजीत सिंह के कतल वाला जी और गुरबचन सिंह के कतल वाला निरंकारिया का कहन लगे मैंने कहन लगे कि तुसीं बादल साहब नूं किसी वेले मिल लो तो मैं क्यों मिलन जावां
ਇਹ ਉਦੋਂ ਦੀ ਗੱਲ ਹੈ ਜਦੋਂ ਸ੍ਰੀ ਅਕਾਲ ਤਖਤ ਜਦੋਂ ਜਥੇਦਾਰ ਬਣ ਗਏ ਸੀਗੇ, ਜਦੋਂ ਜਥੇਦਾਰ ਬਣ ਗਏ ਸੀ। ਹਾਂ, ਕਹਿਣ ਲੱਗੇ ਕਿ ਮੈਂ 6ਵੇਂ ਪਾਤਸ਼ਾਹ ਦੇ ਅਕਾਲ ਤਖਤ ਦਾ, ਉਹਨਾਂ ਦੇ ਤਖਤ ਦਾ ਮੈਂ ਸੇਵਾਦਾਰ ਹਾਂ, ਮੈਂ ਕਿਸੇ ਹੇਠਾਂ ਜਾ ਕੇ ਹੇਠਾਂ ਹੋ ਕੇ ਗੱਲ ਕਿਉਂ ਕਰਾਂ, ਕਾਹਦੇ ਵਾਸਤੇ ਕਰਾਂ। ਕਹਿੰਦਾ ਮੈਂ ਕੁਝ ਚਿਰ ਬਾਅਦ, ਕਹਿੰਦੇ ਉਹ ਬਿਮਾਰ ਹੋ ਗਏ ਨੇ ਤੇ ਬਿਮਾਰ ਹੋ ਕੇ ਵਾਪਸ ਆਏ ਨੇ, ਤੇ ਚਲੋ ਬਿਮਾਰ ਪੁਰਸ਼ੀ ਦਾ ਹਰ ਬੰਦੇ ਦਾ ਫਰਜ਼ ਹੁੰਦਾ ਹੈ, ਤੇ ਤੁਸੀਂ, ਉਹ ਕਹਿੰਦਾ ਮੈਂ ਜਾਵਾਂ ਤੇ ਮੈਂ ਉਸੇ ਬਾਹਰ ਦੇ ਸਿਪਾਹੀ ਮੈਨੂੰ ਰੋਕਣਗੇ, ਅਕਾਲ ਤਖਤ ਦਾ ਸੇਵਾਦਾਰ ਆ, ਮੈਂ ਨਹੀਂ ਜਾ ਸਕਦਾ। ਉਹ ਕਹਿ ਲਗੇ ਕਮਾਲ ਹੈ, ਉਹ ਤੁਹਾਨੂੰ ਬਾਹਰ ਰਹਿਣ ਆਪ ਆਉਣਗੇ, ਹੋਰ ਦੱਸੋ। ਇਹ ਕੁਦਰਤੀ ਗੱਲ ਹੈ, ਉਸ ਡੋਗਰਾ ਸਾਹਿਬ ਨੂੰ ਕਿਤੇ ਇਸ਼ਾਰਾ ਮਿਲਿਆ ਹੋਣਾ ਕਿ ਭਾਈ ਰਣਜੀਤ ਸਿੰਘ ਮਿਲਦੇ ਨਹੀਂ, ਜਾਂ ਭਾਈ ਰਣਜੀਤ ਸਿੰਘ ਬੜੇ ਸਖਤ ਸੁਭਾਅ ਦੇ ਨੇ। ਕਹਿੰਦਾ ਮੈਂ ਕਿਹਾ ਚੰਗਾ ਜੀ ਇਹ ਗੱਲ ਹੈ ਤੇ ਫਿਰ ਮੈਂ ਵੇਖ ਲੈਣਾ, ਨਹੀਂ ਤਾਂ ਮੈਂ ਅੱਧੇ ਰਾਹ ਮੁੜ ਆਉਣਾ, ਮੈਂ ਉੱਥੇ ਮੁੜ ਆਉਣਾ। ਉਹਨਾਂ ਮੈਨੂੰ ਆਪ ਇਹ ਗੱਲ ਦੱਸੀ ਕਿ ਮੈਂ ਗਿਆ ਤੇ ਜਨਾਬ ਉੱਥੇ ਕਹਿੰਦੇ ਗੇਟ ਖੁੱਲੇ, ਕਿਹੜੀ ਬੈਰੀਕੇਡ, ਮੈਂ ਗਿਆ ਤੇ ਬਾਦਲ ਸਾਹਿਬ ਨੇ ਘਰੋਂ ਬਾਹਰ ਨਿਕਲ ਕੇ ਮੈਨੂੰ ਰਿਸੀਵ ਕਰਨਾ ਹੈ, ਤੇ ਕਹਿੰਦੇ ਮੈਂ ਆਪਣੀ ਗੱਡੀ ਆਪ ਚਲਾਉਣਾ ਜੀ, ਡਰਾਈਵਰ ਨਹੀਂ ਚਲਾਉਂਦਾ। ਉਹਨਾਂ ਨੇ ਆਪ ਮੇਰਾ ਦਰਵਾਜ਼ਾ ਖੋਲਿਆ ਤੇ ਮੈਂ ਉਤਰਿਆ, ਜਿਹੜੇ 20-15 ਮਿੰਟ ਬੈਠਾ ਰਿਹਾ, ਮੁੜ ਕੇ ਆਇਆ, ਉਹਨਾਂ ਨੇ, ਮੈਂ ਗੱਡੀ 'ਚ ਬੈਠਾ ਤੇ ਮੇਰਾ ਦਰਵਾਜ਼ਾ ਆਪ ਬੰਦ ਕੀਤਾ ਜੀ। ਕਹਿੰਦਾ ਮੈਂ ਇਸ ਨੂੰ ਕੋਈ ਨਾ ਵੱਡਾ ਹੋ ਗਿਆ ਨਾ ਮੈਂ ਕੋਈ ਮਾਣ ਕਰਦਾ, ਉਹ ਮਾਣ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਅਕਾਲ ਤਖਤ ਸਾਹਿਬ ਦਾ। ਆਇਆ ਰੰਧਾਵਾ ਸਾਹਿਬ, ਅਸੀਂ ਉਹ ਕਿਰਦਾਰ ਰੱਖਣ ਵਾਲੇ ਹੈਗੇ ਹਾਂ, ਨਹੀਂ ਛੱਡ ਗਏ। ਅੱਜ ਅਸੀਂ ਆਪ ਜਾ ਕੇ ਉਹਨਾਂ ਦੇ ਘਰਾਂ ਜਾ ਕੇ ਬੈਠ ਕੇ ਉੱਥੇ ਜਾ ਕੇ ਬਰਾਮਰੀ ਨੂੰ ਮਾਫੀਆਂ ਦੇ ਆਉਂਦੇ ਹਾਂ। ਅੱਜ ਅਸੀਂ ਕੌਮ ਦਾ ਕਿਰਦਾਰ ਉੱਚਾ, ਧਾਰਮਿਕ ਲੀਡਰ ਨੂੰ ਸੋਚਣਾ ਬਣਦਾ ਹੈ ਕਿ ਅਸੀਂ ਕਿਵੇਂ ਧਾਰਮਿਕ ਰਹਿਣਾ, ਤੇ ਧਰਮ ਦੀ ਸੁਪਰਮੇਸੀ ਪੋਲਿਟਿਕਸ ਤੇ ਹੋਣੀ ਚਾਹੀਦੀ ਹੈ, ਤਾਂ ਸਿਆਸਤ ਹੋਏਗੀ। ਸਿੱਧੀ ਦੂਜੀ ਗੱਲ ਨਹੀਂ, ਅਕਾਊਂਟੇਬਿਲਟੀ ਵੀ ਹੋਣੀ ਚਾਹੀਦੀ ਆ, ਜਵਾਬਦੇਹੀ ਵੀ ਹੋਣੀ ਚਾਹੀਦੀ ਆ। ਇਹ ਕਿਸੇ ਨੂੰ ਜਵਾਬਦੇਹ ਨਹੀਂ ਰਹੇ, ਕਿਉਂਕਿ ਵੱਡੀਆਂ ਸੰਸਥਾਵਾਂ ਜੇਬ 'ਚ ਪਾ ਲੀਆਂ, ਇਸ ਵੇਲੇ ਏਡੇ ਵੱਡੇ ਕਨਸੈਪਟ ਢਾ ਲਏ, ਸੋ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਇਸੇ ਕਰਕੇ ਤੇ ਇਹ ਬੇਮੁਖ ਹੋ ਗਏ। ਲੇਕਿਨ ਰਾਜ ਇਹਨਾਂ ਨੂੰ ਸਿੱਖਾਂ ਦੇ, ਪੰਜਾਬੀਆਂ ਦੇ ਸਿਰ ਤੋਂ ਹੀ ਚਾਹੀਦਾ, ਤੇ ਲੇਕਿਨ ਉਹਨਾਂ ਲਈ ਇਹਨਾਂ ਨੇ ਨਾ ਖਲੋਣਾ ਹੈ ਤੇ ਨਾ ਇਹ ਉਹਨਾਂ ਦੇ ਹਿੱਤ ਵਿੱਚ ਕਦੇ ਲੱਗਦੇ ਹੀ ਮੈਨੂੰ ਹੁਣ ਨਜ਼ਰ ਆਉਂਦੇ। ਇਹਨਾਂ ਦਾ ਕਿਰਦਾਰ ਇੱਕ ਲਾਈਨ 'ਚ ਹੋਰ ਸੁਣ ਲਓ, ਮਾਸਟਰ ਤਾਰਾ ਸਿੰਘ, ਇਹ ਦੋ ਇੰਸਟੈਂਸਸ ਹੈ ਜੀ। ਇੱਕ ਤੇ ਹੈ ਕਿ ਮੈਨੂੰ ਸੁਣਾਈ ਕਿਸੇ ਵੇਲੇ ਕਿਸੇ ਵੱਡੇ ਲੀਡਰ ਨੇ ਕਿ ਮਾਸਟਰ ਤਾਰਾ ਸਿੰਘ ਹੋਰੀ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੀਗੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਉਸ ਵੇਲੇ ਉਹਨਾਂ ਦੀ ਬੇਟੀ ਰਜਿੰਦਰ ਕੌਰ ਜਿਹੜੀ ਬਾਅਦ ਵਿੱਚ ਰਾਜ ਸਭਾ ਦੀ ਮੈਂਬਰ ਬਣੀ, ਇੱਕ ਵਾਰੀ ਆਈ, ਉਹਨਾਂ 16-17 ਸਾਲ ਦੀ ਹੋਣੀ ਹੈ, ਤੇ ਕਹਿਣ ਲੱਗੇ ਜਿੰਦਰੀ ਤੇਰੇ ਤੇ ਸਿਰ ਤੇ ਬੁਖਾਰ ਲੱਗਦਾ ਤੈਨੂੰ, ਕਹਿੰਦੇ ਹਾਂ ਜੀ, ਜਾ ਟੀਕਾ ਲਵਾ ਲਿਆ, ਕਿ ਮੇਰੇ ਕੋਲ ਪੈਸੇ ਕੋਈ ਨਹੀਂ। ਉਹਨਾਂ ਦੀ ਜੇਬ ਚੋਂ 3 ਰੁਪਏ ਕੱਢ ਕੇ ਮਾਸਟਰ ਜੀ ਨੂੰ ਫੜਾ ਦਿੱਤੇ। ਉਹ ਕਹਿਣ ਲੱਗੇ 3 ਰੁਪਏ 'ਚ ਟੀਕਾ ਲੱਗ ਜਾਏਗਾ। ਉਹ ਕਹਿਣ ਲੱਗੇ ਤੂੰ ਡਾਕਟਰ ਨੂੰ ਕਹਿੰਦੇ ਮੈਂ ਮਾਸਟਰ ਜੀ ਦੀ ਬੇਟੀ ਹਾਂ, ਬਾਕੀ ਪੈਸੇ ਮੈਂ ਬਾਅਦ ਹੀ ਦੇ ਦਿਆਂਗਾ। ਮਗਰੋਂ ਸਰੂਦਮ ਸਿੰਘ ਨਾਗੋ ਕੇ ਕਹਿਣ ਲੱਗੇ ਮਾਸਟਰ ਜੀ ਤੁਸੀਂ ਝੂਠ ਵੀ ਬੋਲਦੇ ਹੋ। ਕਹਿੰਦੇ ਕੀ ਗੱਲ? ਕਹਿੰਦੇ ਤੁਹਾਡੀ ਫਤੂਜ ਦੇ ਪੈਸੇ ਹੋਰ ਵੀ ਹੈਗੇ। ਕਹਿੰਦੇ ਉਦਮ ਸ਼ਾਹ ਇਹ ਪੈਸੇ ਪੰਥ ਦੇ ਨੇ, ਇਹ ਰਜਿੰਦਰ ਦੇ ਪਿਓ ਦੇ ਪੈਸੇ ਨਹੀਂ ਹੈਗੇ ਜਿਹੜੇ ਮੈਂ ਉਹਨੂੰ ਦੇ ਦਿੰਦਾ। ਇਹ ਤਸਵੀਰ ਦਾ ਲੋਕਾਂ ਦਾ ਕਿਰਦਾਰ। ਤੇ ਜਦੋਂ ਮਾਸਟਰ ਜੀ ਕੋਲ 36 ਰੁਪਏ ਸੀ ਅਖੀਰ ਵਿੱਚ, ਅੱਜ ਸਾਡੇ ਲੀਡਰਾਂ ਕੋਲ 36 ਰੁਪਏ ਨੇ ਕਿ 3600 ਕਰੋੜ ਰੁਪਏ ਦੀ ਜਾਇਦਾਦ ਇਹਨਾਂ ਕੋਲ ਹੈਗੀ ਹੈ। ਸਮਝ ਲਈਏ ਸਕੱਤਰ ਸਾਹਿਬ ਸਮਾਂ ਦਾ ਕਿਰਦਾਰ ਕੀ ਸੀ ਤੇ ਇਹਨਾਂ ਦਾ ਕਿਰਦਾਰ ਕੀ ਹੈਗਾ। ਸਕੱਤਰ ਸਾਹਿਬ ਸਮਾਂ ਇਹ ਸੋਚਣ ਵਾਲੀ ਹੈ ਜੀ, ਸਮਾਂ ਬਹੁਤ ਹੋ ਗਿਆ ਔਰ ਮੈਨੂੰ ਇੰਜ ਲੱਗਦਾ ਕਿ ਅਸੀਂ ਇਸ ਬਹਿਸ ਨੂੰ ਅਗਲੇ ਸੈਗਮੈਂਟ ਤੱਕ ਲੈ ਜਾਂਦੇ ਹਾਂ। ਅਸੀਂ ਇਸ ਬਹਿਸ ਨੂੰ, ਇਸ ਗੱਲਬਾਤ ਨੂੰ ਅੱਗੇ ਲੈ ਕੇ ਜਾਵਾਂਗੇ। ਸਰਦਾਰ ਕਪੂਰ ਸਾਹਿਬ ਕੋਲੋਂ ਮੈਂ ਅਜੇ ਕਾਫੀ ਕੁਝ ਪ੍ਰਾਪਤ ਕਰਨਾ ਹੈ ਆਪਣੇ ਆਡੀਅנס ਲਈ। ਸਰਦਾਰ ਸਾਹਿਬ ਤੁਸੀਂ ਉਮਰ ਦੇ ਇਸ ਪੜਾਅ ਦੇ ਵਿੱਚ ਬੜੇ ਗਟਸ ਨਾਲ ਵਿਚਰਦੇ ਹੋ। ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਜਿਹੜੀ ਖਾਸ ਤੌਰ ਤੇ ਜਵਾਨੀ ਵਾਲੀ ਹੈ, ਜਾਂ ਬੁੱਧੀਜੀਵੀ ਜਿਹੜੇ ਇੰਟੈਲੈਕਚੁਅਲ ਨੇ, ਉਹਨਾਂ ਨੂੰ ਵੀ ਗਾਈਡ ਕਰੋ, ਉਹਨਾਂ ਨੂੰ ਵੀ ਅਗਵਾਈ ਦਿਓ। ਬੜੀ ਜ਼ਰੂਰਤ ਹੈ ਕਿ ਤੁਹਾਡੇ ਵਰਗੇ ਲੋਕ ਪੰਜਾਬ ਨੂੰ ਹਨੇਰੇ ਚੋਂ ਬਾਹਰ ਕੱਢਣ ਦਾ ਯਤਨ ਕਰਨ। ਤੁਸੀਂ ਨਿਰਾਸ਼ਾਵਾਦੀ ਹੋਣ ਦੀ ਬਜਾਏ ਤੁਸੀਂ ਇੱਕ ਲਫ਼ਜ਼ ਵਰਤਿਆ ਕਿ ਬੜਾ ਹਨੇਰਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਅਗਵਾਈ ਦਿਓ, ਪਤਾ ਲੱਗੇ ਕਿ ਜਦੋਂ ਤੁਹਾਡੀ ਉਮਰ ਦੇ ਵਿੱਚ ਆ ਕੇ ਦਰਦ ਬਹੁਤ ਗਲੇ ਤੱਕ ਚੜ੍ਹ ਆਉਂਦਾ ਹੈ, ਸਿਰ ਨੂੰ ਚੜ੍ਹ ਜਾਂਦਾ ਹੈ, ਤੇ ਫਿਰ ਲੋਕ ਸਿਰ ਲੱਥ ਹੋ ਜਾਂਦੇ ਆ, ਮੜਾਸੇ ਬੰਨ ਲੈਂਦੇ ਆ। ਸੋ ਅਸੀਂ ਅਗਲੀ ਗੱਲਬਾਤ ਦੇ ਵਿੱਚ ਤੁਹਾਡੇ ਨਾਲ ਜੁੜਾਂਗੇ। ਤੁਹਾਡੇ ਤੋਂ ਮਾਫੀ ਮੰਗ ਵੀ ਲੈਂਦੇ ਆ ਕਿਉਂਕਿ ਅਸੀਂ ਤੁਹਾਨੂੰ ਉਹਨਾਂ ਬਕਾਇਦਾ ਇੱਜ਼ਤ ਮਾਨ ਸਨਮਾਨ ਨਹੀਂ ਦੇ ਪਾ ਰਹੇ। ਅਸੀਂ ਚਾਹੁੰਦੇ ਸੀ ਕਿ ਅਸੀਂ ਤੁਹਾਡੇ ਕੋਲ ਆ ਕੇ ਗੱਲਬਾਤ ਕਰਦੇ ਜੀ। ਬਹੁਤ ਮਿਹਰਬਾਨੀ ਸਕੱਤਰ ਸਾਹਿਬ, ਤੁਹਾਡਾ ਵੀ ਧੰਨਵਾਦ ਜੀ। ਮਿਹਰਬਾਨੀ ਜੀ, ਰੰਧਾਵਾ ਜੀ, ਥੈਂਕ ਯੂ, ਮਿਹਰਬਾਨੀ।